ਲੇਖਕ ਕ੍ਰਿਸ਼ਨ ਚੰਦਰ ਦਾ ਹਾਸ-ਵਿਅੰਗ ਨਾਵਲ ਹੈ ਇੱਕ ਗਧੇ ਦੀ ਆਤਮ ਕਥਾ, ਆਖਰੀ ਭਾਗ। ਅੱਛਾ, ਅਕਾਦਮੀ ਦੇ ਸੈਕਟਰੀ ਸਾਹਿਬ ਬੋਲੇ। ਮੈਂ ਸਮਝ ਗਿਆ, ਤੁਸੀਂ ਹੀ ਉਹ ਬੋਲਣ ਵਾਲੇ ਗਧੇ ਹੋ ਜਿਨ੍ਹਾਂ ਦੀਆਂ ਤਸਵੀਰਾਂ ਅਖਬਾਰਾਂ ਰਸਾਲਿਆਂ ਵਿੱਚ ਛਪਦੀਆਂ ਨੇ। ਉਹ ਜੀ ਬੋਲਣ ਵਾਲੇ ਗਧੇ ਤਾਂ ਦੁਨੀਆ 'ਚ ਬੜੇ ਐ। ਹਾਂ, ਤਸਵੀਰਾਂ ਕਿਸੇ ਕਿਸੇ ਦੀਆਂ ਛਪਦੀਆਂ। ਮੈਂ ਸਿਰ ਝੁਕਾ ਕੇ ਕਿਹਾ, ਪਰ ਮਿਹਰਬਾਨੀ ਕਰਕੇ ਮੈਨੂੰ ਇਹ ਤਾਂ ਦੱਸੋ ਕਿ ਮੈਂ ਕਿਸ ਮਹਿਫਲ 'ਚ ਬਿਨਾਂ ਬੁਲਾਏ ਮਹਿਮਾਨ ਵਾਂਗ ਵੜ ਆਇਆ। ਸੈਕਟਰੀ ਸਾਹਿਬ ਬੋਲੇ, ਇਹ ਸਾਹਿਤ ਅਕਾਦਮੀ, ਕਲਾ ਕੇਂਦਰ ਅਤੇ ਸੰਗੀਤ ਨਾਟਕ ਅਕਾਦਮੀ ਦੀ ਮਿਲੀ ਜੁਲੀ ਸਭਾ ਹੈ। ਤੁਹਾਨੂੰ ਇੱਥੇ ਭਾਰਤ ਦੇ ਚੋਟੀ ਦੇ ਲੇਖਕ, ਕਲਾਕਾਰ, ਸੰਗੀਤਕਾਰ ਅਤੇ ਨਾਟਕਕਾਰ ਮਿਲਣਗੇ। ਇਸ ਸਟੇਜ 'ਤੇ ਜਿੱਥੇ ਤੁਸੀਂ ਬੈਠੇ ਹੋ, ਦੇਖੋ, ਇਹ ਸ਼੍ਰੀਮਾਨ ਸ਼੍ਰੀ ਗਣੇਸ਼ਨ ਨਾਥ ਨਾਗਪਾਲ ਨੇ। ਆਪ ਹਿੰਦੀ ਦੇ ਸਭ ਤੋਂ ਵੱਡੇ ਨਾਵਲਕਾਰ ਨੇ। ਆਪ ਨੇ 10 ਨਾਵਲ ਲਿਖੇ ਨੇ। ਇਹਨਾਂ ਨਾਵਲਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਹੜੀ ਗੱਲ ਆਪ ਇੱਕ ਨਾਵਲ 'ਚ ਕਹਿੰਦੇ ਹੋ, ਦੂਜੇ ਨਾਵਲ 'ਚ ਖੁਦ ਹੀ ਉਸ ਦਾ ਖੰਡਨ ਕਰ ਦਿੰਦੇ ਨੇ। ਇਹਨਾਂ ਦਾ ਪੂਰਾ ਸਾਹਿਤਕ ਜੀਵਨ ਆਪਣੀਆਂ ਕਹੀਆਂ ਹੋਈਆਂ ਗੱਲਾਂ ਦਾ ਖੰਡਨ ਕਰਨ 'ਚ ਹੀ ਬੀਤਿਆ ਹੈ। ਇਸੇ ਲਈ ਤਾਂ ਹਿੰਦੀ ਸਾਹਿਤ ਵਿੱਚ ਇਹਨਾਂ ਦਾ ਵਿਸ਼ੇਸ਼ ਸਥਾਨ ਹੈ। ਇਹ ਸਾਡੀ ਪ੍ਰਬੰਧਵੀ ਕਮੇਟੀ ਦੇ ਮੈਂਬਰ ਨੇ। ਇਹਨਾਂ ਨੂੰ ਮਿਲੋ। ਇਹ ਅਚਕਨ ਵਾਲੇ, ਟੋਪੀ ਵਾਲੇ, ਝੁੱਗੀ ਦਾੜੀ ਵਾਲੇ ਅੱਬੂ ਅਦੀਬ ਨੇ। ਇਹਨਾਂ ਦਾ ਕਮਾਲ ਇਹ ਹੈ ਕਿ ਪਿਛਲੇ 15 ਸਾਲਾਂ ਤੋਂ ਇਹਨਾਂ ਨੇ ਉਰਦੂ ਦੀ ਕੋਈ ਕਿਤਾਬ ਨਹੀਂ ਪੜ੍ਹੀ। ਇਹ ਵੀ ਸਾਡੀ ਪ੍ਰਬੰਧਵੀ ਕਮੇਟੀ ਦੇ ਇੱਕ ਮੈਂਬਰ ਨੇ। ਆਪ ਨੂੰ ਮਿਲੋ। ਆਪ ਸ਼੍ਰੀ ਸੁੰਦਰ ਸਿੰਘ ਜੀ ਨੇ। ਆਪ ਲੇਖਕ ਨੇ, ਨਾ ਅਦੀਬ, ਨਾ ਕਵੀ, ਨਾ ਸ਼ਾਇਰ, ਪਰ ਬੜੀ ਉੱਚੀ ਸ਼੍ਰੇਣੀ ਦੇ ਧਰਮ ਉਪਦੇਸ਼ਕ ਨੇ। ਆਪ ਵੀ ਸਾਡੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਨੇ। ਆਪ ਨੂੰ ਮਿਲੋ। ਸ਼੍ਰੀ ਡੀ ਗੁੜਚ ਗੁਜਰਾਤੀ ਦੇ ਲੇਖਕ ਨੇ, ਪਰ ਗੁਜਰਾਤੀ ਦੇ ਇਲਾਵਾ ਹੋਰ ਭਾਸ਼ਾਵਾਂ ਦੇ ਲੇਖਕ ਤੇ ਉਹਨਾਂ ਦੇ ਸਾਹਿਤ 'ਤੇ ਆਪ ਦੀ ਨਜ਼ਰ ਬੜੀ ਡੂੰਘੀ ਹੈ। ਆਪ ਸ਼੍ਰੀ ਅਬਦੁਲ ਸ਼ਕੂਰ ਪ੍ਰੋਫੈਸਰ, ਭਾਵੇਂ ਆਪ ਦਾ ਅਦੀਬ ਨਹੀਂ, ਫਿਰ ਵੀ ਪਿਛਲੇ 15 ਵਰ੍ਹਿਆਂ ਤੋਂ ਇਸ ਗੱਲ 'ਤੇ ਰਿਸਰਚ ਫਰਮਾ ਰਹੇ ਨੇ ਕਿ ਉਰਦੂ ਦਾ ਕਾਇਦਾ ਜੇ ਅਲਫ ਦੀ ਜਗ੍ਹਾ ਯੇ ਤੋਂ ਸ਼ੁਰੂ ਹੋਏ ਤਾਂ ਕੈਸਾ ਰਹੇ। ਮੈਂ ਪੁੱਛਿਆ। ਅਬਦੁਲ ਸ਼ਕੂਰ ਬੋਲੇ, ਮੇਰਾ ਖਿਆਲ ਹੈ ਕਿ ਜੇ ਹੁਣ ਇੱਕ ਬੱਚਾ ਉਰਦੂ ਦਾ ਕਾਇਦਾ 6 ਮਹੀਨੇ 'ਚ ਮੁਕਾ ਲੇ ਤਾਂ ਫਿਰ 6 ਸਾਲ 'ਚ ਮੁਕਾਇਆ ਕਰੇਗਾ। ਮੈਂ ਪੁੱਛਿਆ, ਇਸ ਨਾਲ ਕੀ ਫਾਇਦਾ ਹੋਏਗਾ? ਉਹ ਬੋਲੇ, ਇਸ ਨਾਲ ਇੱਕ ਤਾਂ ਬੱਚੇ ਦੀ ਸਮਝ ਬੂਝ ਦਾ ਬੁਨਿਆਦ ਪੱਕੀ ਹੋ ਜਾਏਗੀ ਅਤੇ ਜ਼ਬਾਨ ਮੁਸ਼ਕਿਲ ਤੋਂ ਮੁਸ਼ਕਿਲਤਰ ਹੁੰਦੀ ਜਾਏਗੀ। ਮੁਸ਼ਕਿਲ ਜ਼ਬਾਨ ਦਾ ਕੀ ਫਾਇਦਾ ਹੋਏਗਾ? ਸਹੀ ਇਲਮ ਦਾ ਮੁਸ਼ਕਿਲ ਜ਼ਬਾਨ 'ਚ ਹੀ ਮਿਲਦਾ ਹੈ। ਅਬਦੁਲ ਸ਼ਕੂਰ ਜੀ ਫਿਰ ਬੋਲੇ, ਸਾਡੇ ਇੱਥੇ ਤਾਂ ਸਹਿਜ ਜ਼ਬਾਨ ਵਿੱਚ ਲਿਖਣ ਵਾਲੇ ਅਦੀਬਾਂ ਦਾ ਤਾਂ ਗੁਜ਼ਾਰਾ ਹੀ ਨਹੀਂ। ਅਸੀਂ ਆਪਣੀ ਸਾਹਿਤ ਅਕਾਦਮੀ ਵਿੱਚ ਇਸ ਗੱਲ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ ਕਿ ਕੋਈ ਅਜਿਹਾ ਅਦੀਬ ਇੱਥੇ ਨਾ ਵੜ ਆਏ ਜਿਸ ਨੇ ਪਿਛਲੇ 15-20 ਸਾਲਾਂ ਵਿੱਚ ਕੋਈ ਕੰਮ ਦੀ ਗੱਲ ਆਸਾਨ ਜ਼ਬਾਨ ਵਿੱਚ ਕਹੀ ਹੋਏ। ਸਾਡੇ ਸਾਹਮਣੇ ਅਕਾਦਮੀ ਫਰਾਂਸੇ ਦੀ ਉਦਾਹਰਨ ਹੈ। ਉਸ ਅਕਾਦਮੀ 'ਚ ਰੂਸੋ ਦੇ ਵਾਲਟੀਅਰ ਵਰਗੇ ਅਦੀਬਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਮੈਂ ਕਿਹਾ, ਤੁਹਾਨੂੰ ਇਸ ਗੱਲ ਲਈ ਫਖਰ ਕਰਨ ਦੀ ਬਜਾਏ ਸ਼ਰਮ ਆਉਣੀ ਚਾਹੀਦੀ ਹੈ। ਆਪੋ ਆਪਣਾ ਖਿਆਲ ਹੈ। ਸ਼੍ਰੀ ਗਣੇਸ਼ਾਨਾਥ ਨਾਗਪਾਲ ਨੇ ਇੱਕ ਰਸਗੁੱਲੇ ਵੱਲ ਵੇਖਦੇ ਬਲਕਿ ਯੋਗ ਅਭਿਆਸ ਕਰਦੇ ਹੋਏ ਕਿਹਾ, ਖੈਰ ਛੱਡੋ ਇਸ ਗੱਲ ਨੂੰ। ਮੈਂ ਗੱਲ ਨੂੰ ਬਦਲਿਆ ਕਿਹਾ, ਮੈਨੂੰ ਬਚਪਨ ਤੋਂ ਹੀ ਪੜ੍ਹਨ ਲਿਖਣ ਦਾ ਸ਼ੌਂਕ ਰਿਹਾ ਹੈ। ਕੀ ਮੈਂ ਅਕਾਦਮੀ ਦਾ ਮੈਂਬਰ ਬਣ ਸਕਦਾ? ਬਸ ਇਹੋ ਹੀ ਖਰਾਬੀ ਹੈ। ਸ਼੍ਰੀ ਗੁੜਚ ਇਨਕਾਰ ਵਿੱਚ ਸਿਰ ਹਿਲਾ ਕੇ ਬੋਲੇ, ਇਹੋ ਕਿ ਤੁਹਾਨੂੰ ਪੜ੍ਹਨ ਲਿਖਣ ਦਾ ਸ਼ੌਂਕ ਹੈ? ਸ਼੍ਰੀ ਗੁੜਚ ਮੈਨੂੰ ਸਮਝਾਉਂਦੇ ਹੋਏ ਬੋਲੇ, ਅਸਲ 'ਚ ਸਾਡੇ ਇੱਥੇ ਮੈਂਬਰ ਬਣਨ ਲਈ ਬੜੀਆਂ ਔਖਿਆਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ 50 ਵਰ੍ਹਿਆਂ ਤੋਂ ਇੱਧਰਲੀ ਉਮਰ ਦੇ ਲੇਖਕ ਨੂੰ ਆਪਣਾ ਮੈਂਬਰ ਬਣਾਉਂਦੇ ਹੀ ਨਹੀਂ, ਕਿਉਂਕਿ ਇਸ ਉਮਰ ਤੱਕ ਉਹ ਅਸਲ ਸ਼ਬਦਾਂ ਵਿੱਚ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ। ਤੁਸੀਂ ਸਾਡੀ ਅਕਾਦਮੀ ਦੇ ਮੈਂਬਰ ਦੇਖੋ, ਇੱਕ ਤੋਂ ਇੱਕ ਬੁੱਢਾ ਪਿਆ ਹੈ ਜਿਸ ਨੇ ਵਰ੍ਹਿਆਂ ਤੋਂ ਕੋਈ ਪੁਸਤਕ ਨਹੀਂ ਪੜ੍ਹੀ, ਨਾ ਪੜ੍ਹਨ ਦਾ ਇਛੁਕ ਹੈ। ਪੁਸਤਕਾਂ ਨਾਲੋਂ ਵੱਧ ਸਾਡੀ ਕਾਰਜਕਾਰੀ ਕਮੇਟੀ ਵਿੱਚ ਰੋਗਾਂ ਦੀ ਚਰਚਾ ਹੁੰਦੀ ਰਹਿੰਦੀ ਹੈ। ਕਿਸੇ ਨੂੰ ਦਿਲ ਦਾ ਰੋਗ ਹੈ ਅਤੇ ਕਿਸੇ ਨੂੰ ਦਮੇ ਦਾ, ਕਿਸੇ ਦੀ ਅੱਖ ਦੁਖਦੀ ਹੈ ਅਤੇ ਕਿਸੇ ਨੂੰ ਕੋਈ ਮੂਤਰ ਰੋਗ। ਹਾਂ, ਜੇ ਤੁਸੀਂ ਕਿਸੇ ਭਿਆਨਕ ਰੋਗ ਨਾਲ ਪੀੜਤ ਹੋ ਤਾਂ ਤੁਹਾਡੀ ਮੈਂਬਰਸ਼ਿਪ 'ਤੇ ਵਿਚਾਰ ਕਰਾਂਗਾ। ਮੈਂ ਕਿਹਾ, ਮੇਰੀ ਸਿਹਤ ਤਾਂ ਬਿਲਕੁਲ ਠੀਕ ਹੈ ਅਤੇ ਅਜੇ 50ਵਾਂ ਵਰ੍ਹਾ ਮੈਥੋਂ ਖਾਸਾ ਦੂਰ ਹੈ। ਤਾਂ ਅਕਾਦਮੀ ਦੀ ਮੈਂਬਰੀ ਵੀ ਖਾਸ ਦੂਰ ਸਮਝੋ। ਸ਼੍ਰੀ ਗੁੜਚ ਹੱਸ ਕੇ ਬੋਲੇ, ਇਸ ਤੋਂ ਇਲਾਵਾ ਅਸੀਂ ਇਹ ਵੀ ਪਸੰਦ ਕਰਦੇ ਹਾਂ ਕਿ ਮੈਂਬਰ ਪੜ੍ਹਨ ਲਿਖਣ ਦੀ ਬਜਾਏ ਜੇ ਸੋਚਣ ਸਮਝਣ 'ਤੇ ਵੱਧ ਵਿਚਾਰ ਕਰਨ ਤਾਂ ਚੰਗਾ ਰਹਿੰਦਾ ਹੈ। ਅਸਲ 'ਚ ਅਸੀਂ ਚੰਗੇ ਵਿਚਾਰ ਪੈਦਾ ਕਰਨਾ ਚਾਹੁੰਦੇ ਹਾਂ। ਸਾਡੀ ਕਾਰਜਗੁਜ਼ਾਰੀ ਕਮੇਟੀ ਵਿੱਚ ਤੁਹਾਨੂੰ ਲੇਖਕ ਘੱਟ ਅਤੇ ਵਿਚਾਰਕ ਵੱਧ ਮਿਲਣਗੇ। ਸਾਡੇ ਇੱਥੇ ਇਹੋ ਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਪਿਛਲੇ 5 ਵਰ੍ਹਿਆਂ ਦੀ ਕੋਈ ਕਿਤਾਬ ਨਹੀਂ ਲਿਖੀ ਪੜ੍ਹੀ। ਪਿਛਲੇ 15 ਵਰ੍ਹਿਆਂ ਤੋਂ ਕੋਈ ਕਿਤਾਬ ਨਹੀਂ ਲਿਖੀ, ਬਲਕਿ ਸਾਰੀ ਉਮਰ 'ਚ ਕੋਈ ਕਿਤਾਬ ਨਹੀਂ ਲਿਖੀ, ਪਰ ਉਹ ਸਾਡੀ ਅਕਾਦਮੀ ਦੇ ਪ੍ਰਮੁੱਖ ਮੈਂਬਰ ਨੇ। ਕਿਸ ਲਈ? ਇੱਕ ਲੇਖਕ ਨੇ ਹੋਣ ਦੇ ਨਾਤੇ ਲਈ, ਇੱਕ ਪ੍ਰਮੁੱਖ ਵਿਚਾਰਕ ਹੋਣ ਦੇ ਨਾਤੇ।
ਉਹਨਾਂ ਨੇ ਲਿਖਣ ਪੜ੍ਹਨ ਦੀ ਥਾਂ ਆਪਣੀ ਉਮਰ ਦਾ ਵਧੇਰੇ ਹਿੱਸਾ ਸੋਚਣ ਸਮਝਣ ਵਿਚਾਰ ਕਰਦੇ ਕਰਦੇ ਉਂਘਦੇ ਸੌਂ ਜਾਣ ਵਿੱਚ ਬਿਤਾਇਆ ਹੈ। ਕਿਆ ਕਹਿਣੇ, ਮੇਰੇ ਮੂੰਹੋਂ ਆਪਣੇ ਆਪ ਹੀ ਨਿਕਲ ਗਿਆ। ਫਿਰ ਸਾਡੇ ਇੱਥੇ ਉਹਨਾਂ ਨਵੇਂ ਅੰਦੋਲਨਾਂ ਨੂੰ ਵੀ ਚੰਗਾ ਨਹੀਂ ਸਮਝਿਆ ਜਾਂਦਾ ਜਿਹੜੇ ਪਿਛਲੇ 30 ਵਰ੍ਹਿਆਂ ਤੋਂ ਭਾਰਤ ਦੇ ਵੱਖ-ਵੱਖ ਸਾਹਿਤ ਵਿੱਚ ਆਏ ਨੇ ਤੇ ਦੇਖਦੇ ਦੇਖਦੇ ਉਸ ਉੱਤੇ ਛਾ ਗਏ ਨੇ। ਤੁਹਾਡਾ ਇਸ਼ਾਰਾ, ਮੇਰਾ ਇਸ਼ਾਰਾ ਮਾਰਕਸਵਾਦੀ, ਲੋਕਤੰਤਰਵਾਦੀ, ਸਾਮਵਾਦੀ, ਪ੍ਰਗਤੀਵਾਦੀ ਲੇਖਕ ਤੇ ਵੱਖ-ਵੱਖ ਗੁੱਟਾਂ ਤੋਂ ਹੈ, ਉਹਨਾਂ ਦੇ ਕੰਮ ਤੋਂ ਹੈ। ਤੁਸੀਂ ਇਹਨਾਂ ਗੁੱਟਾਂ ਦੇ ਕਿਸੇ ਦੇ ਵੀ ਮੈਂਬਰ ਨੂੰ ਸਾਡੀ ਅਕਾਦਮੀ ਦਾ ਮੈਂਬਰ ਨਹੀਂ ਦੇਖੋਗੇ। ਕਿਉਂ? ਮੈਂ ਹੈਰਾਨੀ ਨਾਲ ਪੁੱਛਿਆ। ਬਸ ਅਸੀਂ ਪਸੰਦ ਨਹੀਂ ਕਰਦੇ, ਹੋਰ ਕਿਉਂ? ਪਰ ਉਹਨਾਂ ਲੋਕਾਂ ਦੀਆਂ ਰਚਨਾਵਾਂ ਸਾਡੇ ਭਾਰਤ 'ਚ ਲੋਕ ਪਸੰਦ ਕਰਦੇ ਨੇ। ਦੂਜੀਆਂ ਭਾਸ਼ਾਵਾਂ ਵਿੱਚ ਉਹਨਾਂ ਰਚਨਾਵਾਂ ਨੂੰ ਆਦਰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੋਵੇਗਾ। ਪਰ ਸੈਕਟਰੀ ਸਾਹਿਬ ਨੇ ਵਿਚਕਾਰ ਆ ਕੇ ਬੋਲਣਾ ਸ਼ੁਰੂ ਕਰ ਦਿੱਤਾ। ਇੱਕ ਭਾਰਤੀ ਸਾਹਿਤ ਅਕਾਦਮੀ ਹੈ, ਇੱਥੇ ਪ੍ਰਗਤੀਸ਼ੀਲ ਲੇਖਕ ਨਹੀਂ ਵੜ ਸਕਦਾ। ਸ੍ਰੀ ਸੁੰਦਰ ਸਿੰਘ ਗੱਲ ਦੀ ਕੌੜ ਨੂੰ ਨਰਮ ਸੁਰ ਦਿੰਦੇ ਹੋਏ ਬੋਲੇ, ਗੱਲ ਅਸਲ 'ਚ ਇਹ ਹੈ ਸ਼੍ਰੀਮਾਨ ਜੀ, ਅਸੀਂ ਲੋਕ ਕਲਾਸੀਕਲ ਸਾਹਿਤ ਪਸੰਦ ਕਰਦੇ ਹਾਂ। ਉਰਦੂ 'ਚ ਗਾਲਿਬ ਤੱਕ, ਹਿੰਦੀ 'ਚ ਭਾਰਤੇਂਦੂ, ਸੰਸਕ੍ਰਿਤ 'ਚ ਕਾਲੀਦਾਸ ਤੱਕ। ਤੇ ਇਸ ਦਾ ਮਤਲਬ ਇਹ ਹੋਇਆ ਕਿ ਇਸ ਪਿੱਛੋਂ ਹੁਣ ਤੱਕ ਜੋ ਕੁਝ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖਿਆ ਗਿਆ ਹੈ, ਦੁਨੀਆ 'ਚ ਜਿਹੜੇ ਨਵੇਂ ਅੰਦੋਲਨ ਚੱਲੇ ਨੇ, ਜਿਹੜੀਆਂ ਘਟਨਾਵਾਂ ਦੁਰਘਟਨਾਵਾਂ ਵਾਪਰੀਆਂ ਨੇ, ਜਿਨ੍ਹਾਂ ਨੇ ਨਾ ਸਿਰਫ ਰਾਜਨੀਤੀ ਬਲਕਿ ਪੂਰੇ ਜੀਵਨ ਦੀ ਧਾਰ ਨੂੰ ਮੋੜ ਕੇ ਰੱਖ ਦਿੱਤਾ ਹੈ, ਉਹਨਾਂ ਨਾਲ ਤੁਹਾਡਾ ਕੋਈ ਵਾਸਤਾ ਨਹੀਂ? ਮੈਂ ਪੁੱਛਿਆ। ਸੈਕਟਰੀ ਨੇ ਮੁਸਕਰਾ ਕੇ ਪੁੱਛਿਆ, ਤੁਸੀਂ ਘਾਹ ਤਾਂ ਨਹੀਂ ਖਾਏ? ਮੈਂ ਕਿਹਾ, ਖਾਧੀ ਨਹੀਂ, ਖਾਣਾ ਚਾਹੁੰਦਾ ਹਾਂ। ਸੈਕਟਰੀ ਨੇ ਆਪਣੀ ਮਹਿਮਾਨ ਨਿਵਾਜੀ ਦਰਸਾਉਂਦੇ ਹੋਏ ਕਿਹਾ, ਹੁਣੇ ਮੰਗਵਾਉਂਦਾ ਹਾਂ। ਇਹ ਕਹਿ ਕੇ ਉਹ ਉੱਥੋਂ ਤਾਂ ਚਲੇ ਗਏ, ਪਰ ਮੁੜ ਕੇ ਗੁਰਚ ਨੂੰ ਪੁੱਛਿਆ। ਮੇਰਾ ਤਾਂ ਸਾਹਿਤ ਨਾਲ ਵਾਸਤਾ ਰੱਖਣ ਵਾਲਿਆਂ ਨਾਲ ਮਿਲਣ ਦਾ ਇਹ ਪਹਿਲਾ ਮੌਕਾ ਹੈ। ਇਸ ਤੋਂ ਪਹਿਲਾਂ ਕਿਤਾਬਾਂ ਪੜ੍ਹਦਾ ਸੀ। ਦੱਸੋ ਤੁਸੀਂ, ਮੇਰਾ ਮਤਲਬ ਹੈ ਸਾਹਿਤ ਅਕਾਦਮੀ 'ਚ ਹਾਜ਼ਰ ਮੈਂਬਰ ਸਾਹਿਤ ਤੇ ਸਾਹਿਤਕਾਰਾਂ ਦੀ ਮਦਦ ਦੇ ਸੰਬੰਧ ਵਿੱਚ ਕਿਹੜੇ ਕਾਰਜ ਕਰ ਰਹੇ ਨੇ? ਸ਼੍ਰੀ ਗੁਰਚ ਬੋਲੇ, ਅਜੇ ਤਾਂ ਅਸੀਂ ਇੱਕ ਬੜੀ ਵੱਡੀ ਸੂਚੀ ਤਿਆਰ ਕਰ ਰਹੇ ਹਾਂ, ਉਹਨਾਂ ਸਾਰੇ ਲੇਖਕਾਂ ਦੀ ਤੇ ਉਹਨਾਂ ਸਾਰੀਆਂ ਪੁਸਤਕਾਂ ਦੀ ਜਿਹੜੀਆਂ 100 ਵਰ੍ਹਿਆਂ ਵਿੱਚ ਲਿਖੀਆਂ ਗਈਆਂ ਨੇ। ਮੈਂ ਪੁੱਛਿਆ, ਤੇ ਉਹਨਾਂ ਪੁਸਤਕਾਂ ਦੀ ਸੂਚੀ ਕੌਣ ਤਿਆਰ ਕਰੇਗਾ ਜਿਹੜੀਆਂ ਪਿਛਲੇ 100 ਵਰ੍ਹਿਆਂ 'ਚ ਨਹੀਂ ਲਿਖੀਆਂ ਗਈਆਂ? ਲੇਖਕ ਦੀ ਗਰੀਬੀ ਕਾਰਨ ਉਹ ਸਾਰੀਆਂ ਕਵਿਤਾਵਾਂ, ਉਹ ਸਾਰੇ ਚਿੱਤਰਕਲਾ ਦੇ ਸੁੰਦਰ ਨਮੂਨੇ, ਉਹ ਮਹਾਨ ਸੰਗੀਤ ਜੋ ਕਲਾਕਾਰਾਂ ਦੇ ਦਿਮਾਗ 'ਚ ਘੁੱਟਣ ਕਰਕੇ ਦਮ ਤੋੜ ਗਿਆ, ਕਿਉਂਕਿ ਉਸ ਕੋਲ ਖਾਣ ਨੂੰ ਕੁਝ ਨਹੀਂ ਸੀ, ਕਿਉਂਕਿ ਉਸ ਦਾ ਬੱਚਾ ਭੁੱਖ ਨਾਲ ਦਮ ਤੋੜ ਰਿਹਾ ਸੀ, ਉਸ ਦੀ ਪਤਨੀ ਖੁਰਾਕ ਦੀ ਕਮੀ ਕਾਰਨ ਮਰ ਗਈ ਸੀ। ਉਹਨਾਂ ਸਾਰੀਆਂ ਕਿਤਾਬਾਂ, ਕਵਿਤਾਵਾਂ, ਚਿੱਤਰਾਂ, ਗੀਤਾਂ ਦੀ ਸੂਚੀ ਕੌਣ ਬਣਾਏਗਾ ਜੋ ਹੋ ਸਕਦੇ ਸਨ ਪਰ ਹੋ ਨਹੀਂ ਸਕੇ? ਇਹ ਸਾਡਾ ਕੰਮ ਨਹੀਂ ਹੈ, ਸ਼੍ਰੀ ਗੁਰਚ ਝੇਪ ਕੇ ਬੋਲੇ। ਤੇ ਫਿਰ ਇਹ ਕਿਸ ਦਾ ਕੰਮ ਹੈ? ਜਿਹੜੀ ਭਾਰਤੀ ਅਕਾਦਮੀ ਕਿਸ ਲਈ ਆਪਣੇ ਹੱਥ 'ਚ ਲਏਗੀ? ਕਿਹੜੀ ਭਾਰਤੀ ਅਕਾਦਮੀ ਇਸ ਕੰਮ ਨੂੰ ਆਪਣੇ ਹੱਥ 'ਚ ਲਏਗੀ? ਉਹ ਕਿਹੜੀ ਅਕਾਦਮੀ ਹੋਏਗੀ ਜਿਹੜੀ ਲੇਖਕ ਦੇ ਜ਼ਖਮੀ ਦਿਲ ਤੇ ਮਲਮ ਲਾਏਗੀ, ਜਿਹੜੀ ਉਹਨਾਂ ਦੀਆਂ ਪੁਸਤਕਾਂ ਦੀ ਰਾਖੀ ਕਰੇਗੀ ਜਿਹੜੀ ਉਸਨੇ ਆਪਣੇ ਦਿਲ ਦੀ ਲਹੂ ਨਾਲ ਲਿਖੀਆਂ ਨੇ? ਉਹ ਕਿਹੜੀ ਅਕਾਦਮੀ ਹੋਏਗੀ ਜਿਹੜੀ ਲੇਖਕਾਂ ਨੂੰ ਵਾਜਬ ਰੋਜ਼ਗਾਰ ਦੇ ਕੇ ਉਹਨਾਂ ਤੋਂ ਨਾਵਲ, ਕਹਾਣੀਆਂ, ਕਵਿਤਾਵਾਂ ਲਿਖਵਾਏਗੀ, ਉਹਨਾਂ ਨੂੰ ਸਮਾਜ ਦੇ ਵਿਸ਼ੇਸ਼ ਵਿਅਕਤੀ ਸਮਝ ਕੇ ਛੁੱਟੀ, ਪੈਨਸ਼ਨ, ਆਰਥਿਕ ਮਦਦ ਦੇਵੇਗੀ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਪ੍ਰਬੰਧ ਕਰੇਗੀ? ਉਹ ਕਿਹੜੀ ਅਕਾਦਮੀ ਹੋਏਗੀ ਜਿਹੜੀ ਲੇਖਕਾਂ ਨੂੰ ਮਨੁੱਖ ਸਮਝੇਗੀ, ਉਹਨਾਂ ਨੂੰ ਹਵਾ ਫੱਕਣ ਵਾਲੇ, ਸੁੰਨ ਤੇ ਰਹਿਣ ਵਾਲੇ ਅਣਮਨੁੱਖੀ ਬੰਦੇ ਸਮਝਣ ਤੇ ਮਜਬੂਰ ਨਹੀਂ ਹੋਏਗੀ? ਲਓ ਤੁਹਾਡਾ ਘਰ ਆ ਗਿਆ, ਲਓ ਤੁਹਾਡਾ ਘਾਹ ਆ ਗਿਆ। ਸੈਕਟਰੀ ਨੇ ਕਾਹਲ ਨਾਲ ਮੈਨੂੰ ਕਿਹਾ। ਉਸ ਦੀ ਬਨਾਉਟੀ ਮੁਸਕਾਨ ਪਿੱਛੇ ਗੁੱਸੇ ਦਾ ਇੱਕ ਉਫਾਨ ਉੱਠਿਆ ਦਿਖਾਈ ਦੇ ਰਿਹਾ ਸੀ। ਸਾਫ਼ ਨਜ਼ਰ ਆ ਰਿਹਾ ਸੀ ਕਿ ਜੇ ਅਕਾਦਮੀ ਦੇ ਨਿਯਮਾਂ ਵਿੱਚ ਇਹ ਨਿਯਮ ਹੁੰਦਾ ਕਿ ਕਿਸੇ ਮਹਿਮਾਨ ਦੀ ਗੁਸਤਾਖੀ ਤੇ ਉਸ ਨੂੰ ਗੋਲੀ ਮਾਰੀ ਜਾ ਸਕਦੀ ਹੈ ਤਾਂ ਉਹ ਜ਼ਰੂਰ ਮੈਨੂੰ ਗੋਲੀ ਮਾਰ ਦਿੰਦਾ, ਪਰ ਕੀ ਕਰਦਾ, ਘਾਹ ਪੇਸ਼ ਕਰਨ ਲਈ ਮਜਬੂਰ ਸੀ। ਮੈਂ ਉੱਧਰ ਦੇਖਿਆ। ਇਸ ਬਹਿਸ ਵਿੱਚ ਹਿੱਸਾ ਲੈਣ ਲਈ ਕੋਈ ਵੀ ਤਿਆਰ ਨਹੀਂ ਸੀ। ਸ਼੍ਰੀ ਗਣੇਂਦਰਨਾਥ ਨਾਗਪਾਲ ਜੀ ਨੇ ਰਸਗੁੱਲਾ ਨਿਗਲ ਲਿਆ ਸੀ ਤੇ ਹੁਣ ਸਮਾਧੀ ਵਿੱਚ ਚਲੇ ਗਏ ਸੀ। ਸ਼੍ਰੀ ਅਬੂ ਅਦੀਬ ਉਂਘਦੇ ਮਾਰਕਾਬੇ ਵਿੱਚ ਪਹੁੰਚ ਗਏ ਸੀ। ਸੁੰਦਰ ਜੀ ਇਸ ਤਰ੍ਹਾਂ ਵਾਰੀ-ਵਾਰੀ ਆਪਣੀ ਦਾੜੀ ਖੁਰਕ ਰਹੇ ਸਨ ਜਿਵੇਂ ਉਹਨਾਂ ਨੂੰ ਕੋਈ ਨਵਾਂ ਵਿਚਾਰ ਸਤਾ ਰਿਹਾ ਹੋਏ। ਹਾਲਾਂਕਿ ਉਹ ਸਿਰਫ ਖੁਰਕ ਰਹੇ ਸੀ। ਜਦੋਂ ਮੈਂ ਇਹ ਦੇਖਿਆ ਕਿ ਕੋਈ ਲੇਖਕ ਇਸ ਖਤਰਨਾਕ ਬਹਿਸ ਵਿੱਚ ਹਿੱਸਾ ਲੈਣ ਲਈ ਨਹੀਂ ਤਿਆਰ, ਤਾਂ ਮੈਂ ਵੀ ਇਹੋ ਠੀਕ ਸਮਝਿਆ ਕਿ ਘਾਹ ਖਾਣਾ ਸ਼ੁਰੂ ਕਰ ਦਿੱਤਾ। ਇੱਕ ਗਧਾ ਇਸ ਨਾਲੋਂ ਵੱਧ ਕੀ ਕਰ ਸਕਦਾ ਹੈ, ਖਾਸ ਤੌਰ 'ਤੇ ਜਦੋਂ ਉਸ ਦਾ ਅਜਿਹੇ ਲੋਕਾਂ ਨਾਲ ਵਾਸਤਾ ਪਿਆ ਹੋਏ ਜਿਹੜੇ ਆਪਣੇ ਸੁਭਾਅ ਸਦਕਾ ਲੇਖਕ ਘੱਟ ਤੇ ਮੜੀ ਦੇ ਮਹੰਤ ਵੱਧ ਜਾਪਦੇ ਹੋਣ। ਮੈਂ ਘਾਹ ਖਾਣੀ ਸ਼ੁਰੂ ਕਰ ਦਿੱਤੀ। ਅਜੇ 2-3 ਬੁਰਕੇ ਹੀ ਲਾਏ ਸੀ ਕਿ ਉੱਧਰੋਂ ਖਟਾਕ ਹੋਇਆ। ਦੇਖਿਆ ਕਿ ਇੱਕ ਭੱਦਰ ਪੁਰਸ਼ ਗਲ ਵਿੱਚ ਚਾਦਰ ਪਾਈ, ਧੋਤੀ ਬੰਨੀ, ਤਾਨਪੁਰਾ ਹੱਥ ਵਿੱਚ ਫੜੀ ਮੁਸਕਰਾਉਂਦੇ ਹੋਏ ਮੇਰੇ ਵੱਲ ਆ ਰਹੇ ਸਨ। ਕੋਲ ਆ ਕੇ ਬੋਲੇ,
ਅਸਾਂ ਸੁਣਿਆ ਹੈ ਤੁਹਾਨੂੰ ਪੱਕਾ ਰਾਗ ਸੁਣਨ ਦਾ ਸ਼ੌਂਕ ਹੈ। ਮੈਂ ਕਿਹਾ, ਉਹ ਜੀ ਮੈਂ ਖੁਦ ਪੱਕੇ ਰਾਗ ਗਾਉਣਾ, ਕਹੋ ਤਾਂ ਦਰਬਾਰੀ ਵਿਲੰਬਿਤ ਸ਼ੁਰੂ ਕਰਦੇ ਹਾਂ। ਉਹ ਹੱਸ ਕੇ ਬੋਲੇ, ਨਹੀਂ, ਅਜੇ ਤਾਂ ਤੁਸੀਂ ਚੱਲ ਕੇ ਸਾਡੇ ਸੰਗੀਤਕਾਰਾਂ ਤੋਂ ਗੁਣਕਲੀ ਸੁਣੋ। ਰਤਾ ਠਹਿਰੋ। ਮੈਂ ਕਿਹਾ, ਥੋੜ੍ਹੀ ਘਾਹ ਖਾ ਲਵਾਂ, ਫਿਰ ਪਤਾ ਹੈ ਕਦੋਂ ਮਿਲੇ ਨਾ ਮਿਲੇ। ਅਗਲਾ ਅੰਕ। ਕਿਉਂਕਿ ਇਹ ਕਲਾ ਸੰਬੰਧੀ ਤਿੰਨਾਂ ਅਕਾਦਮੀਆਂ ਦੀ ਸਾਂਝੀ ਸਭਾ ਸੀ, ਇਸ ਲਈ ਹਰੇਕ ਆਦਮੀ ਭਾਵੇਂ ਉਸਨੂੰ ਪੱਕੇ ਗਾਣੇ ਵਿੱਚ ਦਿਲਚਸਪੀ ਸੀ ਜਾਂ ਨਹੀਂ, ਗੁਣਕਲੀ ਸੁਣਨ ਵਿੱਚ ਪੂਰੀ ਤਰ੍ਹਾਂ ਨਿਗਮਨ ਸੀ। ਗੁਣਕਲੀ 1.5 ਘੰਟੇ ਤੱਕ ਜਾਰੀ ਰਹੀ। ਇਸ ਦੌਰਾਨ ਮੈਂ ਹੌਲੀ ਹੌਲੀ ਘਾਹ ਖਾਂਦਾ ਰਿਹਾ। ਲਗਨ ਇੰਨੀ ਕਿ ਕਦੀ ਕਦੀ ਮੈਨੂੰ ਇਹ ਮਹਿਸੂਸ ਹੋਣ ਲੱਗਦਾ ਜਿਵੇਂ ਮੈਂ ਗੁਣਕਲੀ ਖਾ ਰਿਹਾ ਹਾਂ ਤੇ ਘਾਹ ਸੁਣ ਰਿਹਾ ਹਾਂ। ਬਹੁਤ ਸਾਰੇ ਲੇਖਕ ਕੁਰਸੀ ਦੀ ਢੋਅ ਨਾਲ ਸਿਰ ਟਿਕਾ ਕੇ ਸੌਂ ਗਏ ਸਨ। ਅੱਬੂ ਅਦੀਬ 3 ਤਾਲ ਦੇ ਘੁਰਾੜੇ ਮਾਰ ਰਹੇ ਸਨ। ਕਲਾ ਕੇਂਦਰ ਦੇ ਕੁਝ ਕਲਾਕਾਰ ਉਕਤਾ ਕੇ ਗੁਣਕਲੀ ਗਾਉਣ ਵਾਲੇ ਉਸਤਾਦ ਕ੍ਰਿਸ਼ਨਦਾਸ ਦੇਸ਼ਪਾਂਡੇ ਦੇ ਕਾਰਟੂਨ ਬਣਾ ਰਹੇ ਸਨ। ਹਾਲਾਂਕਿ ਜਿਹੜਾ ਖੁਦ ਕਾਰਟੂਨ ਹੋਏ ਉਸਦਾ ਕਾਰਟੂਨ ਬਣਾਉਣ ਦੀ ਕੀ ਲੋੜ ਹੁੰਦੀ ਹੈ। ਉਸਤਾਦ ਕ੍ਰਿਸ਼ਨਦਾਸ ਦੇਸ਼ਪਾਂਡੇ ਦਾ ਘਰਾਣਾ ਪਿਛਲੇ 150 ਵਰ੍ਹਿਆਂ ਤੋਂ ਗੁਣਕਲੀ ਦੇ ਅਲਾਪ ਦਾ ਵਿਸ਼ਾਰਦ ਸਮਝਿਆ ਜਾਂਦਾ ਸੀ, ਮਤਲਬ ਗਿਆਨੀ। ਪਿਛਲੇ 150 ਵਰ੍ਹਿਆਂ ਤੋਂ ਉਸ ਘਰਾਣੇ ਨੇ ਸਿਰਫ ਇਸੇ ਰਾਗ ਦਾ ਅਭਿਆਸ ਕੀਤਾ ਸੀ, ਹੋਰ ਸਾਰੇ ਰਾਗ ਰਾਗਨੀਆਂ ਛੱਡ ਦਿੱਤੀਆਂ ਸਨ ਤੇ ਸ਼ਾਇਦ ਇਸੇ ਲਈ ਗੁਣਕਲੀ ਵਿੱਚ ਐਡੀ ਮਹਾਰਤ ਹਾਸਲ ਕੀਤੀ ਸੀ ਕਿ 1.5 ਘੰਟਾ ਗੁਣਕਲੀ ਸੁਣਨ ਪਿੱਛੋਂ ਫੁੱਲਾਂ ਨੂੰ ਵੀ ਨੀਂਦ ਆਉਣ ਲੱਗਦੀ ਸੀ ਤੇ ਉਹ ਬੋਰ ਹੋ ਕੇ ਆਪਣੀਆਂ ਪੱਤੀਆਂ ਬੰਦ ਕਰਕੇ ਫੁੱਲ ਤੋਂ ਕਲੀ ਬਣ ਜਾਂਦੇ ਸਨ। ਕਲਾਸੀਕਲ ਸੰਗੀਤ ਵਿਦਿਆ ਦਾ ਚਮਤਕਾਰ ਅੱਜ ਵੀ ਉਸਤਾਦ ਕ੍ਰਿਸ਼ਨਾਦਾਸ ਪਾਂਡੇ ਦੇ ਘਰਾਣੇ ਵਿੱਚ ਦੇਖਿਆ ਜਾ ਸਕਦਾ ਸੀ। ਗੁਣਕਲੀ ਪਿੱਛੋਂ ਮਿੱਟ ਦਾ ਵਿਰਾਮ ਦਿੱਤਾ ਗਿਆ। ਜੇ ਨਾ ਦਿੰਦੇ ਤਾਂ ਬਹੁਤ ਸਾਰੇ ਸੰਗੀਤ ਪ੍ਰੇਮੀਆਂ ਦੇ ਹਾਰਟ ਫੇਲ ਹੋ ਜਾਣ ਦੇ ਭੈ ਸੀ। ਇਸ ਵਿਰਾਮ ਦੌਰਾਨ ਸੁਣਨ ਵਾਲਿਆਂ ਨੂੰ ਚਾਹ ਪਿਆਈ ਗਈ ਤੇ ਸੁਣਾਉਣ ਵਾਲਿਆਂ ਦੇ ਫੇਫੜਿਆਂ ਵਿੱਚ ਆਕਸੀਜਨ ਭਰੀ ਗਈ, ਕਿਉਂਕਿ ਕਲਾਸੀਕਲ ਸੰਗੀਤ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਨੂੰ 1.5-2 ਘੰਟੇ ਗਾਉਣ ਪਿੱਛੋਂ ਤੁਰੰਤ ਆਕਸੀਜਨ ਦੀ ਲੋੜ ਮਹਿਸੂਸ ਹੁੰਦੀ ਹੈ। ਮੈਂ ਇੱਕ ਸੰਗੀਤਕਾਰ ਨੂੰ ਪੁੱਛਿਆ, ਮੈਂ ਸੁਣਿਆ ਹੈ ਕਿ ਕਲਾਸੀਕਲ ਸੰਗੀਤ 'ਚ ਕਈ ਰਾਗ ਹੁੰਦੇ ਨੇ ਜਿਨ੍ਹਾਂ ਦਾ ਅਲਾਪ ਪੂਰਾ ਹੁੰਦੇ 3 ਘੰਟੇ ਲੱਗ ਜਾਂਦੇ ਨੇ। 3 ਘੰਟੇ? ਸੰਗੀਤਕਾਰ ਨੇ ਹਿਰਖ ਨਾਲ ਕਿਹਾ, ਉਹ ਜੀ ਸ਼੍ਰੀਮਾਨ, ਇਸ ਵਿਰਾਮ ਪਿੱਛੋਂ ਤੁਹਾਨੂੰ ਉਸਤਾਦ ਰਕੀਬ ਅਲੀ ਖਾਂ ਗ੍ਰੰਥਵ ਮਾਤਰਾ ਮੀਆਂ ਦੀ ਮਲਹਾਰ ਸੁਣਾਵਾਂਗੇ, ਜਿਹੜਾ ਕਮ ਸੇ ਕਮ 6 ਘੰਟੇ ਦਾ ਪ੍ਰੋਗਰਾਮ ਹੈ। ਅੱਜ ਉਸਤਾਦ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ ਨੇ। ਮੈਂ ਕਿਹਾ, ਤੁਸੀਂ ਵੀ ਅਜਿਹੇ ਮੌਕੇ 'ਤੇ ਉਹਨਾਂ ਦੀ ਕਬਰ ਪੁੱਟ ਕੇ ਤਿਆਰ ਰੱਖਦੇ ਹੋਵੋਗੇ। ਕੀ ਮਤਲਬ? ਮੈਂ ਕਿਹਾ, ਜੇ ਮੈਨੂੰ ਹਿਸਾਬ ਦਾ ਇੱਕ ਸਵਾਲ 2 ਲੱਖ ਵਾਰੀ ਹੱਲ ਕਰਨ ਲਈ ਕਹਿ ਦਿੱਤਾ ਜਾਏ ਤਾਂ ਇਸ ਦੌਰਾਨ ਕਿਸੇ ਨਾ ਕਿਸੇ ਹਾਦਸੇ ਦਾ ਹੋ ਜਾਣਾ ਲਾਜ਼ਮੀ ਹੈ। ਸੰਭਵ ਹੈ ਮੈਂ ਪਾਗਲ ਹੋ ਜਾਵਾਂਗਾ, ਕਿਸੇ ਦੇ ਵਾਲ ਪੁੱਟ ਸੁੱਟਾਂ, ਆਪਣਾ ਗਲਾ ਵੱਢ ਸੁੱਟਾਂ। ਸੰਗੀਤਕਾਰ ਨੇ ਮੈਨੂੰ ਸਮਝਾਉਂਦਿਆਂ ਹੋਇਆਂ ਕਿਹਾ, ਕਲਾਸੀਕਲ ਸੰਗੀਤ 'ਚ ਇੰਜ ਨਹੀਂ ਹੁੰਦਾ। ਹਾਂ, ਵੱਧ ਤੋਂ ਵੱਧ ਗਾਉਣ ਵਾਲਾ ਬੇਹੋਸ਼ ਹੋ ਜਾਂਦਾ ਹੈ। ਇਸ ਨਾਲੋਂ ਵੱਧ ਅੱਜ ਤੱਕ ਕੁਝ ਨਹੀਂ ਹੋਇਆ। ਸੰਭਵ ਹੈ ਕਿਸੇ ਸੁਣਨ ਵਾਲੇ ਨੇ ਘਰ ਜਾ ਕੇ ਆਤਮ ਹੱਤਿਆ ਕਰ ਲਈ ਹੋਏ, ਪਰ ਸਾਡੀ ਅਕਾਦਮੀ ਕੋਲ ਇਸ ਤਰ੍ਹਾਂ ਦੀ ਕੋਈ ਸੂਚਨਾ ਨਹੀਂ ਹੈ। ਇਸ ਲਈ ਪੂਰੇ ਵਿਸ਼ਵਾਸ ਨਾਲ ਅਸੀਂ ਕੁਝ ਨਹੀਂ ਕਹਿ ਸਕਦੇ। ਮੈਂ ਕਿਹਾ, ਮੈਂ ਤਾਂ ਇਹੀ ਸੁਣਿਆ ਹੈ ਕਿ ਜਦੋਂ ਦਾ ਤੁਸੀਂ ਉਸ 'ਤੇ ਆਲ ਇੰਡੀਆ ਰੇਡੀਓ ਨੇ ਕਲਾਸੀਕਲ ਸੰਗੀਤ ਨੂੰ ਹੱਲਾਸ਼ੇਰੀ ਸ਼ੁਰੂ ਕੀਤੀ ਹੈ, ਦੇਸ਼ ਵਿੱਚ ਪਾਗਲਾਂ ਅਤੇ ਆਤਮ ਹੱਤਿਆ ਕਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ। ਦੂਜੇ ਸੰਗੀਤਕਾਰ ਨੇ, ਜਿਹੜਾ ਸਾਡੀਆਂ ਗੱਲਾਂ ਸੁਣ ਰਿਹਾ ਸੀ, ਮੇਰੇ ਵੱਲ ਦੇਖ ਕੇ ਕਿਹਾ, ਕੀ ਤੁਹਾਨੂੰ ਭਾਰਤੀ ਕਲਾਸੀਕਲ ਸੰਗੀਤ ਨਾਲ ਵੈਰ ਹੈ? ਕਲਾਸੀਕਲ ਸੰਗੀਤ ਨੂੰ ਮੈਂ ਪਸੰਦ ਕਰਦਾ ਹਾਂ। ਮੈਂ ਦੂਜੇ ਸੰਗੀਤਕਾਰਾਂ ਨੂੰ ਕਿਹਾ, ਪਰ ਸੰਤੁਲਨ ਨਾਲ। ਜਿਸ ਕਲਾਸੀਕਲ ਸੰਗੀਤ ਦੇ ਪ੍ਰਸਾਰ ਲਈ ਤੁਸੀਂ ਯਤਨਸ਼ੀਲ ਹੋ, ਉਸ ਵਿੱਚੋਂ ਸੰਗੀਤ ਤਾਂ ਬਿਲਕੁਲ ਨਿਕਲ ਜਾਂਦਾ ਹੈ, ਸਿਰਫ ਗਣਿਤ ਵਿਦਿਆ ਬਾਕੀ ਰਹਿ ਜਾਂਦੀ ਹੈ। ਤੁਸੀਂ ਨਹੀਂ ਜਾਣਦੇ, ਦੂਸਰੇ ਸੰਗੀਤਕਾਰ ਨੇ ਹਿਰਖ ਨਾਲ ਕਿਹਾ, ਸਾਡਾ ਭਾਰਤੀ ਸੰਗੀਤ ਦੁਨੀਆ ਦਾ ਸਭ ਤੋਂ ਪ੍ਰਾਚੀਨ ਸੰਗੀਤ ਹੈ। ਪਿਛਲੇ 3000 ਸਾਲਾਂ ਤੋਂ ਇਸ ਸੰਗੀਤ ਦਾ ਇੱਕ ਵੀ ਸੁਰ ਨਹੀਂ ਬਦਲਿਆ। ਰਾਗ ਦਾ ਜੋ ਸੁਰ ਅੱਜ ਤੋਂ 3000 ਸਾਲ ਪਹਿਲਾਂ ਸੀ, ਉਹੀ ਅੱਜ ਵੀ ਹੈ। ਮੈਂ ਕਿਹਾ, ਇਸ 'ਚ ਮਾਣ ਵਾਲੀ ਕਿਹੜੀ ਗੱਲ ਹੈ? ਸਾਡੇ ਆਪਣੇ ਵੰਸ਼ ਵਿੱਚ ਜਦੋਂ ਦੀ ਦੁਨੀਆ ਬਣੀ ਹੈ, ਸਾਡੇ ਘਰਾਣੇ ਦੇ ਸੰਗੀਤ ਦਾ ਇੱਕ ਵੀ ਸੁਰ ਨਹੀਂ ਬਦਲਿਆ। ਇੱਕ ਗਧਾ ਅੱਜ ਤੋਂ 1 ਲੱਖ ਸਾਲ ਪਹਿਲਾਂ ਜਿਸ ਤਰ੍ਹਾਂ ਗਾਉਂਦਾ ਸੀ, ਉਸੇ ਤਰ੍ਹਾਂ ਗਾਉਂਦਾ ਹੈ। ਕੀ ਮਜਾਲ ਜੇ ਕਿਤੇ ਇੱਕ ਸੁਰ ਦਾ ਵੀ ਫਰਕ ਰਹਿ ਜਾਏ? ਕਹੋ ਤਾਂ ਹੁਣੇ ਗਾ ਕੇ ਸੁਣਾਵਾਂ। ਪਹਿਲੇ ਸੰਗੀਤਕਾਰ ਨੇ ਘੂਰ ਕੇ ਮੇਰੇ ਵੱਲ ਦੇਖਿਆ ਪਰ ਚੁੱਪ ਰਿਹਾ। ਮੈਂ ਕਿਹਾ, ਕਦੀ ਨਾ ਬਦਲਣਾ, ਕਦੀ ਕਿਸੇ ਤੋਂ ਨਾ ਸਿੱਖਣਾ, ਆਪਣੇ ਘੇਰੇ 'ਚ ਹੀ ਕਦੀ ਕੋਈ ਪਰਿਵਰਤਨ ਨਾ ਕਰਨਾ ਕੋਈ ਵਿਸ਼ੇਸ਼ ਗੁਣ ਤਾਂ ਹੈ ਨਹੀਂ। ਜ਼ਿੰਦਗੀ ਦੇ ਹੋਰ ਵਿਭਾਗਾਂ ਵਾਂਗ ਕਲਾ ਵਿੱਚ ਕੋਈ ਪਰਿਵਰਤਨ ਹੁੰਦੇ ਰਹਿਣ ਤਾਂ ਚੰਗਾ ਹੈ। ਤਾਂ ਇਹ ਕਹਿਣਾ ਕਿ ਭਾਰਤੀ ਸੰਗੀਤ ਨੇ ਬਾਹਰੋਂ ਕੋਈ ਪ੍ਰਭਾਵ ਸਵੀਕਾਰ ਨਹੀਂ ਕੀਤਾ, ਬਿਲਕੁਲ ਗਲਤ ਹੈ। ਜਿਸ ਤਰ੍ਹਾਂ ਭਾਰਤੀ ਸੰਗੀਤ ਭਾਰਤ 'ਚੋਂ ਬਾਹਰ ਗਿਆ ਹੈ, ਉਸੇ ਤਰ੍ਹਾਂ ਅਰਬੀ ਤੇ ਯੂਰਪੀ ਸੰਗੀਤ ਬਾਹਰੋਂ ਇੱਥੇ ਆਇਆ ਹੈ। ਉਸਨੇ ਭਾਰਤੀ ਸੰਗੀਤ ਵਿੱਚ ਮਿਲ ਕੇ ਜ਼ਿੰਦਗੀ ਦਾ ਨਵਾਂ ਸੰਗੀਤ ਪੈਦਾ ਕੀਤਾ ਹੈ, ਜਿਹੜਾ ਬਿਨਾਂ ਸ਼ੱਕ ਪਹਿਲਾਂ ਨਾਲੋਂ ਵੱਧ ਮਨਮੋਹਕ ਹੈ। ਤੁਸੀਂ ਬਾਹਰਲੇ ਪ੍ਰਭਾਵਾਂ ਨੂੰ ਆਪਣੇ ਸੰਗੀਤ ਵਿੱਚ ਕਿਉਂ ਕੱਢ ਸੁੱਟਣਾ ਚਾਹੁੰਦੇ ਹੋ? ਇਹ ਪ੍ਰਤੀਕਿਰਿਆ ਤੁਹਾਨੂੰ ਕਿਉਂ ਪਸੰਦ ਹੈ? ਤੁਸੀਂ ਆਪਣੇ ਦੇਸ਼ ਦੀ ਸੰਸਕ੍ਰਿਤੀ ਵਿੱਚੋਂ ਵਿਦੇਸ਼ੀ ਤੱਤਾਂ ਨੂੰ ਕਿਉਂ ਵੜਨ ਦਈਏ?
ਅਸੀਂ ਆਪਣੇ ਦੇਸ਼ ਦੀ ਸੰਸਕ੍ਰਿਤੀ ਵਿੱਚ ਵਿਦੇਸ਼ੀ ਤੱਤਾਂ ਨੂੰ ਕਿਉਂ ਵੜਨ ਦਈਏ? ਹਰੇਕ ਦੇਸ਼ ਦੀ ਕਲਾ ਅਤੇ ਸੰਸਕ੍ਰਿਤੀ ਦਾ ਆਪਣਾ ਇੱਕ ਸੁਭਾਅ ਹੁੰਦਾ ਹੈ। ਉਹ ਬਿਨਾਂ ਸ਼ੱਕ ਰਾਸ਼ਟਰੀ ਹੁੰਦਾ ਹੈ, ਪਰ ਉਸ ਵਿੱਚ ਜਿਹੜੇ ਬਾਹਰਲੇ ਤੱਤ ਆ ਜਾਂਦੇ ਨੇ ਇਸ ਤਰ੍ਹਾਂ ਘੁਲ ਮਿਲ ਗਏ ਹੋਣ ਕਿ ਆਪਣੀ ਰਾਸ਼ਟਰੀ ਸੰਸਕ੍ਰਿਤੀ ਦੇ ਉਸਦੇ ਸੁਭਾਅ ਦਾ ਇੱਕ ਅੰਗ ਬਣ ਗਏ ਹੋਣ। ਉਹਨਾਂ ਨੂੰ ਚੁਣ ਕੇ ਇਸ ਤਰ੍ਹਾਂ ਕੱਢ ਸੁੱਟਣਾ, ਜਿਸ ਤਰ੍ਹਾਂ ਅੱਜ ਕੱਲ੍ਹ ਭਾਸ਼ਾ ਵਿੱਚੋਂ ਬਹੁਤ ਸਾਰੇ ਵਿਦੇਸ਼ੀ ਸ਼ਬਦ ਕੱਢੇ ਜਾ ਰਹੇ ਨੇ, ਮੂਰਖਤਾ ਹੈ। ਮੈਂ ਕਲਾਸੀਕਲ ਸੰਗੀਤ ਦੇ ਵਿਰੁੱਧ ਨਹੀਂ ਹਾਂ, ਪਰ ਮੈਂ ਇਹ ਜ਼ਰੂਰ ਚਾਹੁੰਦਾ ਹਾਂ ਕਿ ਤੁਸੀਂ ਲੋਕ ਸੰਗੀਤ ਦੀ ਵੀ ਤਰੱਕੀ ਕਰੋ ਅਤੇ ਫਿਲਮੀ ਸੰਗੀਤ ਵਿੱਚ ਯੂਰਪੀ ਅਤੇ ਅਰਬੀ ਸੰਗੀਤ ਨੂੰ ਸਮੋ ਕੇ ਜਿਸ ਨਵੇਂ ਸੰਗੀਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਉਸ ਵੱਲ ਧਿਆਨ ਦਿਓ। ਉਸ ਦੀਆਂ ਤਰੁੱਟੀਆਂ 'ਤੇ ਨਜ਼ਰ ਰੱਖੋ, ਪਰ ਉਸ ਦੀਆਂ ਚੰਗਿਆਈਆਂ ਦੀ ਪ੍ਰਸ਼ੰਸਾ ਵੀ ਕਰੋ। ਹੈਰਾਨੀ ਹੈ, ਤੁਹਾਡਾ ਲੋਕ ਸੰਗੀਤ ਅਤੇ ਫਿਲਮ ਸੰਗੀਤ ਭਾਰਤ ਦੀ ਪੂਰੀ ਜਨਤਾ ਦੇ ਭਾਰਤ ਤੋਂ ਬਾਹਰ ਪੂਰੇ ਏਸ਼ੀਆ ਅਤੇ ਅਫਰੀਕਾ ਬਲਕਿ ਯੂਰਪ ਵਿੱਚ ਵੀ ਪ੍ਰਸਿੱਧ ਹੋ ਰਿਹਾ ਹੈ। ਪਰ ਇੱਥੋਂ ਦੇ ਸੰਗੀਤ ਅਕਾਦਮੀ ਸੱਪ ਵਾਂਗ ਕੁੰਡਲੀ ਮਾਰ ਕੇ ਉਸੇ ਤਰ੍ਹਾਂ ਕਲਾਸੀਕਲ ਸੰਗੀਤ ਉੱਪਰ ਬੈਠੀ ਹੋਈ ਹੈ। ਜੀ ਤੁਸੀਂ ਆਪਣੀ ਕੁੰਡਲੀ ਕਦੀ ਨਹੀਂ ਛੱਡੋਗੇ ਤੇ ਫਿਰ ਤੁਸੀਂ ਇਹ ਕੀ ਕਹਿੰਦੇ ਹੋ? ਇੰਜ ਤਾਂ ਤੁਸੀਂ ਕਲਾਸੀਕਲ ਸੰਗੀਤ ਦਾ ਪ੍ਰੋਪੇਗੈਂਡਾ ਕਰਦੇ ਹੋ। ਸਾਰੇ ਭਾਰਤ ਵਿੱਚ ਜਨਤਾ ਦੀ ਤਿਲਕ ਰਹੀ ਰੁਚੀ ਨੂੰ ਪੱਕੇ ਪੈਰੀ ਕਰਨਾ ਚਾਹੁੰਦੇ ਹੋ, ਪਰ ਜਦੋਂ ਕੋਈ ਸ਼ੋਅ ਕਰਦੇ ਹੋ ਤਾਂ ਉਸ ਵਿੱਚ ਵੱਡੇ ਉਸਤਾਦ ਨੂੰ ਬੁਲਾਉਂਦੇ ਹੋ ਤਾਂ ਟਿਕਟ ਦਾ ਮੁੱਲ 100 ਰੁਪਏ ਰੱਖਦੇ ਹੋ। ਕੀ ਤੁਹਾਡਾ ਖਿਆਲ ਹੈ ਕਿ ਮਹਿੰਗੀਆਂ ਟਿਕਟਾਂ ਵੇਚ ਕੇ ਜਨਤਾ ਦੀ ਰੁਚੀ ਪੱਕੇ ਪੈਰੀ ਹੋ ਜਾਏਗੀ? ਸ਼੍ਰੀਮਾਨ ਜੀ, ਤੁਸੀਂ 50-50 ਹਜ਼ਾਰ ਦੀ ਲੋਕ ਇਕੱਠ ਵਿੱਚ ਸਾਡੇ ਪ੍ਰਸਿੱਧ ਉਸਤਾਦਾਂ ਨੂੰ ਨਹੀਂ ਸੁਣਵਾ ਸਕਦੇ, ਜਿਹੜਾ ਸਾਡਾ ਰਾਸ਼ਟਰੀ ਸਰਮਾਇਆ ਹੈ। ਜੇ ਤੁਸੀਂ ਸੰਗੀਤ ਦੇ ਭੰਡਾਰਾਂ ਨਾਲ ਭਾਰਤੀ ਜਨਤਾ ਨੂੰ ਫਾਇਦਾ ਨਹੀਂ ਪਹੁੰਚਾ ਸਕਦੇ ਤਾਂ ਸਿਰਫ ਸਪਰੂ ਹਾਊਸ ਤੱਕ, ਉੱਪਰਲੇ ਵਰਗ ਦੇ ਕੁਝ ਬੰਦਿਆਂ ਤੱਕ ਸੀਮਿਤ ਕਰਨਾ ਚਾਹੁੰਦੇ ਹੋ, ਤਾਂ ਫਿਰ ਮੈਂ ਕਹਾਂਗਾ ਕਿ ਇਸ ਦੇਸ਼ ਨੂੰ ਅਜਿਹੀ ਕਿਸੇ ਸੰਗੀਤ ਅਕਾਦਮੀ ਦੀ ਲੋੜ ਨਹੀਂ ਹੈ ਅਤੇ ਉਸ ਨੂੰ ਜਨਤਾ ਦੇ ਖਜ਼ਾਨੇ ਵਿੱਚੋਂ ਇੱਕ ਪਾਈ ਵੀ ਨਹੀਂ ਮਿਲਣੀ ਚਾਹੀਦੀ। ਹਿਰਖ ਵੱਸ ਮੇਰੀ ਪੂੰਛ ਖੜੀ ਹੋ ਗਈ। ਉਧਰ ਉਸਤਾਦ ਰਫੀਕ ਅਲੀ ਖਾਂ ਗੰਦਰ ਮਾਤਰਾ ਦੀ ਅੜੀ ਸੀ ਕਿ ਜਦ ਤੱਕ ਇਹ ਗਦਾ ਸਭਾ ਵਿੱਚ ਮੌਜੂਦ ਹੈ ਉਹ ਮੀਆਂ ਕਾ ਮਲਹਾਰ ਨਹੀਂ ਸੁਣਾਉਣਗੇ। ਮਜਬੂਰ ਹੋ ਕੇ ਕਲਾ ਕੇਂਦਰ ਦੇ ਮਾਨਯੋਗ ਮੈਂਬਰ ਸ਼੍ਰੀ M ਚੰਦਰੇ ਮੇਰੇ ਕੋਲ ਆਏ ਤੇ ਬੜੇ ਨਿਮਰ ਸੁਰ ਵਿੱਚ ਮੈਨੂੰ ਕਹਿਣ ਲੱਗੇ, ਸਾਡੀ ਪ੍ਰਦਰਸ਼ਨੀ ਤਾਂ ਤੁਸੀਂ ਦੇਖ ਹੀ ਨਹੀਂ। ਭਾਰਤੀ ਚਿੱਤਰਕਾਰਾਂ ਦੇ ਬਹੁਤ ਸਾਰੇ ਨਵੇਂ ਚਿੱਤਰ ਆਏ ਨੇ। ਹੁਣੇ ਪਰਸੋਂ ਹੀ ਇਸ ਪ੍ਰਦਰਸ਼ਨੀ ਦਾ ਉਦਘਾਟਨ ਹੋਇਆ ਏ। ਜਰਾ ਚੱਲ ਕੇ ਤੁਸੀਂ ਵੀ ਉਸ ਨੂੰ ਦੇਖ ਲਓ ਤੇ ਆਪਣੀ ਬਹੁਮੁੱਲੀ ਰਾਏ ਦਿਓ। ਸ਼੍ਰੀ M ਚੰਦਰੇ ਨੇ ਪੂਰੇ 5 ਸਾਲ ਤੱਕ ਪੈਰਿਸ 'ਚ ਰਹਿ ਕੇ ਭਾਰਤੀ ਚਿੱਤਰਕਲਾ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਉਹਨਾਂ ਦੇ ਇੱਕ ਚਿੱਤਰ ਕੰਡੇ ਹੀ ਕੰਡੇ ਨੂੰ ਇਸ ਪ੍ਰਦਰਸ਼ਨੀ ਦੇ ਜੱਜਾਂ ਨੇ ਦੂਜਾ ਇਨਾਮ ਦਿੱਤਾ ਸੀ। ਉਹ ਸਭ ਤੋਂ ਪਹਿਲਾਂ ਮੈਨੂੰ ਉਹੀ ਚਿੱਤਰ ਦਿਖਾਉਣ ਲੈ ਗਏ। ਇਹ ਚਿੱਤਰ ਇੱਕ ਬਹੁਤ ਵੱਡੇ ਕੈਨਵਸ ਵਿੱਚ ਸੀ। ਇੱਕ ਨੰਗੀ ਔਰਤ ਦੀ ਪਿੱਠ ਦਾ ਚਿੱਤਰ ਸੀ ਜਿਹੜੀ ਗਰਦਨ ਮੋੜੀ ਆਪਣੇ ਪੈਰਾਂ 'ਚੋਂ ਕੰਡੇ ਕੱਢ ਰਹੀ ਸੀ। ਮੈਂ ਪੁੱਛਿਆ, ਔਰਤ ਨੂੰ ਨੰਗੀ ਦਿਖਾਉਣਾ ਕਿਉਂ ਜ਼ਰੂਰੀ ਸੀ? ਔਰਤ ਜੇ ਬਾਥਰੂਮ ਵਿੱਚ ਨਾ ਹੋਏ ਤਾਂ ਉਸਨੂੰ ਕੰਡਾ ਅਕਸਰ ਉਦੋਂ ਚੁੱਭਦਾ ਹੈ ਜਦੋਂ ਉਸਨੇ ਕੋਈ ਲਿਬਾਸ ਨਾ ਪਾਇਆ ਹੋਇਆ ਹੈ। ਚੰਦਰੇ ਨੇ ਕਿਹਾ, ਤੁਸੀਂ ਚਿੱਤਰ ਨੂੰ ਸਮਝੇ ਨਹੀਂ। ਚਿੱਤਰ 'ਚ ਇਹ ਕੰਡਾ ਇਸ ਔਰਤ ਨੂੰ ਚੁੱਭ ਰਿਹਾ ਹੈ, ਪਰ ਅਸਲ 'ਚ ਇੰਜ ਨਹੀਂ। ਫਿਰ ਕਿੰਜ ਹੈ? ਮੈਂ ਪੁੱਛਿਆ। ਕੰਡਾ ਨਹੀਂ, ਔਰਤ ਇਸ ਕੰਡੇ ਨੂੰ ਚੁੱਭ ਰਹੀ ਹੈ। M ਚੰਦਰੇ ਨੇ ਬੜੇ ਮਾਣ ਨਾਲ ਮੈਨੂੰ ਸਮਝਾਇਆ। ਅੱਛਾ, ਕੰਡਾ ਇਸ ਤਰ੍ਹਾਂ ਔਰਤ ਨੂੰ ਨਹੀਂ ਚੁੱਭ ਰਿਹਾ, ਔਰਤ ਇਸ ਕੰਡੇ ਨੂੰ ਚੁੱਭ ਰਹੀ ਹੈ। ਕਿਆ ਕਹਿਣੇ? ਇਹ ਰਹੱਸ ਮੇਰੀ ਸਮਝ 'ਚੋਂ ਨਹੀਂ ਆਇਆ। ਦੇਖੋ ਨਾ, ਮੈਂ ਵੀ ਕਿੱਡਾ ਗਧਾ ਹਾਂ, ਮਾਡਰਨ ਕਲਾ ਨੂੰ ਅਜੇ ਤੱਕ ਨਹੀਂ ਸਮਝ ਸਕਿਆ। ਪੂਰੀ ਪ੍ਰਦਰਸ਼ਨੀ ਦੇਖ ਲਓ। M ਚੰਦਰੇ ਹਮਦਰਦੀ ਪ੍ਰਗਟ ਕਰਦੇ ਹੋਏ ਬੋਲੇ, ਫਿਰ ਕੁਛ ਨਾ ਕੁਛ ਸਮਝ ਆ ਜਾਏਗਾ। ਇਹ ਦੇਖੋ, ਇਹ ਕਾਲਪਨਿਕ ਕਲਾ ਦਾ ਅਦਭੁਤ ਉਦਾਹਰਨ ਇਹ ਮਿਸਟਰ ਗਰਫਿਸ਼ ਗਰਾਮੇ ਨੇ ਭੇਜਿਆ ਹੈ। ਤਿਕੋਣਾ ਚਤੁਰ ਭੁਜਾਵਾਂ 'ਤੇ ਘਿਰੀ ਹੋਈ ਕਿਤੇ ਕਿਤੇ ਇੱਕ ਔਰਤ ਦੀ ਝਲਕ ਨਜ਼ਰ ਆ ਰਹੀ ਸੀ। ਬਾਹਾਂ ਦੀ ਜਗ੍ਹਾ ਵਾਇਲਨ ਬਣੀ ਹੋਈ ਸੀ। ਗਰਦਨ ਦੀ ਜਗ੍ਹਾ ਕੱਸੀ ਹੋਈ ਸਿਤਾਰ ਦੇ ਤਾਰ ਵਾਹ ਰਹੇ ਸਨ। ਜਿੱਥੇ ਔਰਤ ਦਾ ਧੜ ਹੁੰਦਾ ਉੱਥੇ ਤਾਨਪੁਰਾ ਬਣਾਇਆ ਗਿਆ ਸੀ। ਕੰਠ 'ਚੋਂ ਬਾਹਰ ਇੱਕ ਹਥੌੜਾ ਲਟਕਿਆ ਹੋਇਆ ਸੀ। ਮੈਂ ਪੁੱਛਿਆ, ਇਹ ਕੀ ਏ? ਉਹ ਬੋਲੇ, ਇਹ ਰੋਸ਼ਨ ਆਰਾ ਬੇਗਮ ਦਾ ਚਿੱਤਰ ਹੈ। ਮੈਂ ਕਿਹਾ, ਤੇ ਉਹ ਮਹਾਨ ਸੰਗੀਤਕਾਰ ਇਸ ਚਿੱਤਰ ਨੂੰ ਦੇਖਣ ਪਿੱਛੋਂ ਵੀ ਜਿਉਂਦੀ ਏ? ਚੰਦਰੇ ਬੋਲੇ, ਇਸ ਚਿੱਤਰ ਨੂੰ ਹਾਲੇ ਸਿਰਫ ਉਸਦੇ ਪਤੀ ਨੇ ਦੇਖਿਆ ਹੈ, ਪਰ ਜਦੋਂ ਦਾ ਦੇਖਿਆ ਹੈ ਜੇਬ 'ਚ ਪਿਸਤੌਲ ਪਾ ਕੇ ਆਪਣੇ ਐਸਿਸਟੈਂਟ ਨੂੰ ਲੱਭ ਰਿਹਾ ਹੈ। ਤੇ ਉਹ ਐਸਿਸਟੈਂਟ ਕਿੱਥੇ ਹੈ ਮਿਸਟਰ ਚੰਦਰੇ? ਪਾਕਿਸਤਾਨ ਭੱਜ ਗਿਆ ਹੈ। ਚਲੋ ਚੰਗਾ ਹੋਇਆ, ਨਹੀਂ ਤਾਂ ਇੱਥੇ ਕਿਸੇ ਦਾ ਖੂਨ ਹੋ ਜਾਣਾ ਸੀ, ਯਾਨੀ ਹਾਰਟ ਅਟੈਕ ਜਾਂ ਆਰਟਿਸਟ ਦਾ। ਫਿਰ ਮੈਂ ਉਸ ਚਿੱਤਰ ਨੂੰ ਧਿਆਨ ਨਾਲ ਦੇਖਿਆ ਕਿਉਂਕਿ ਰੋਸ਼ਨ ਆਰਾ ਬੇਗਮ ਨੂੰ ਮੈਂ ਕਈ ਵਾਰ ਦੇਖ ਚੁੱਕਿਆ ਸੀ। ਕਿਤੇ ਕੋਈ ਤਾਲਮੇਲ ਦਿਖਾਈ ਨਹੀਂ ਦਿੱਤਾ। ਆਖਰ ਹਾਰ ਕੇ ਮੈਂ ਕੰਠ ਵਿੱਚੋਂ ਬਾਹਰ ਨਿਕਲਦੇ ਹਥੌੜੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ, ਇਸ ਦਾ ਕੀ ਮਤਲਬ ਹੈ? ਉਹ ਬੋਲੇ, ਇਸ ਦਾ ਮਤਲਬ ਇਹ ਹੈ ਕਿ ਗਾਇਕ ਦਾ ਹਰੇਕ ਸੁਰ ਆਪਣੀ ਜਗ੍ਹਾ ਹਥੌੜੇ ਵਾਂਗ ਮਜ਼ਬੂਤ ਹੈ। ਉਹ ਵਾਹ ਵਾਹ, ਕਿਆ ਪ੍ਰਤੀਕਿਰਿਆਤਮਕ ਘਾੜਤ ਹੈ। ਮੈਂ ਤਾਰੀਫ ਕੀਤੀ ਤੇ ਫਿਰ ਰੁਕ ਕੇ M ਚੰਦਰੇ ਨੇ ਪੁੱਛਿਆ, ਇਹ ਮਿਸਟਰ ਗਰਫਿਸ਼ ਗਰਾਮੇ ਨੇ ਕਿੱਥੋਂ ਸਿੱਖਿਆ ਪ੍ਰਾਪਤ ਕੀਤੀ ਹੈ?
ਪੈਰਿਸ 'ਚ 8 ਵਰ੍ਹੇ ਤੱਕ ਈਰਾਨੀ ਚਿੱਤਰਕਲਾ ਸਿੱਖ ਕੇ ਆਏ ਨੇ। ਬਹੁਤ ਖੂਬ, ਅੱਗੇ ਚੱਲੋ। ਅੱਗੇ ਇੱਕ ਖਿੜਕੀ ਆਉਂਦੀ ਸੀ। ਖਿੜਕੀ ਵਿੱਚੋਂ ਉਸਤਾਦ ਰਗੀਬ ਅਲੀ ਖਾਂ ਦੀ ਆਵਾਜ਼ ਸਾਫ਼ ਗੂੰਜ ਰਹੀ ਸੀ, ਧੰਨ ਧੰਨ ਗਰਜ ਗਰਜ ਘਨ ਘਨ ਗਰਜ। ਖਿੜਕੀ ਤੋਂ ਅੱਗੇ ਇੱਕ ਬਹੁਤ ਵੱਡੇ ਕੈਨਵਸ ਉੱਤੇ 3 ਮੱਛੀਆਂ ਦਾ ਚਿੱਤਰ ਬਣਿਆ ਹੋਇਆ ਸੀ। ਇੱਕ ਮੱਛੀ ਸਿੱਧੀ ਖੜੀ ਸੀ, ਦੂਜੀ ਪਹਿਲੀ ਮੱਛੀ ਦੇ ਢਿੱਡ ਵਿੱਚ ਵੜੀ ਹੋਈ ਸੀ, ਤੀਜੀ ਮੱਛੀ ਦੂਜੀ ਦੇ ਢਿੱਡ ਵਿੱਚ ਆਉਂਦੀ ਸੀ। ਚਿੱਤਰ ਹੇਠ ਲਿਖਿਆ ਸੀ, ਬ੍ਰਾਹਮਣ ਚਿੱਤਰਕਾਰ ਬਗਲੌਲ। ਮੈਂ ਪੁੱਛਿਆ, ਇਹ ਬਗਲੌਲ ਕੌਣ ਨੇ? ਚੰਦਰੇ ਨੇ ਕਿਹਾ, ਇਹ ਬੰਬਈ ਦੇ ਪ੍ਰਸਿੱਧ ਕਲਾਕਾਰ ਨੇ। ਇਹ ਸਿਰਫ ਮੱਛੀਆਂ ਦੇ ਚਿੱਤਰ ਬਣਾਉਂਦੇ ਨੇ। ਉਹ ਕਿਉਂ? ਇੱਕ ਵਾਰੀ ਇਹਨਾਂ ਦੀ ਪ੍ਰੇਮਿਕਾ ਨੂੰ ਸ਼ਾਰਕ ਮੱਛੀ ਖਾ ਗਈ ਸੀ। ਬਸ ਉਸੇ ਦਿਨ ਤੋਂ ਇਹ ਸਿਰਫ ਮੱਛੀਆਂ ਦੇ ਚਿੱਤਰ ਬਣਾਉਂਦੇ ਨੇ। ਮੈਂ ਕਿਹਾ, ਪਰ ਇਸ ਚਿੱਤਰ 'ਚ ਇਹਨਾਂ ਦੀ ਪ੍ਰੇਮਿਕਾ ਤਾਂ ਕਿਤੇ ਦਿਖਾਈ ਨਹੀਂ ਦਿੰਦੀ। ਧਿਆਨ ਨਾਲ ਦੇਖੋ, ਉਹ ਮੱਛੀ ਦੇ ਢਿੱਡ 'ਚ ਹੈ। ਹਰ ਚਿੱਤਰਕਾਰ 'ਚ ਇਹਨਾਂ ਦੀ ਪ੍ਰੇਮਿਕਾ ਜ਼ਰੂਰ ਹੁੰਦੀ ਹੈ। ਹਰ ਚਿੱਤਰ 'ਚ ਇਹਨਾਂ ਦੀ ਪ੍ਰੇਮਿਕਾ ਜ਼ਰੂਰ ਹੁੰਦੀ ਹੈ। ਕਦੇ ਉਹ ਮੱਛੀ ਦੇ ਢਿੱਡ 'ਚ ਹੁੰਦੀ ਹੈ, ਕਦੇ ਉਸਦੀ ਅੱਖ 'ਚ, ਕਦੇ ਉਸਦੇ ਪੈਰਾਂ 'ਚ, ਕਿਤੇ ਨਾ ਕਿਤੇ ਜ਼ਰੂਰ ਹੁੰਦੀ ਹੈ। ਇਹ ਉਹਨਾਂ ਦੇ ਆਰਟ ਦਾ ਕਮਾਲ ਹੈ। ਪਰ ਮੈਂ ਹੋਰ ਵੀ ਧਿਆਨ ਨਾਲ ਉਸ ਚਿੱਤਰ ਨੂੰ ਦੇਖਿਆ, ਕਿਹਾ, ਮੈਨੂੰ ਤਾਂ ਉਹ ਇਸ ਚਿੱਤਰ ਵਿੱਚ ਕਿਧਰੇ ਨਜ਼ਰ ਨਹੀਂ ਆਉਂਦੀ। ਚੰਦਰੇ ਨੇ ਫਿਰ ਉਸ ਚਿੱਤਰ ਵੱਲ ਧਿਆਨ ਨਾਲ ਦੇਖਿਆ। ਅਖੀਰ ਨਿਰਾਸ਼ ਜਿਹਾ ਹੋ ਕੇ ਬੋਲਿਆ, ਜਾਪਦਾ ਇਹੋ ਪਚ ਚੁੱਕੀ ਏ। ਬੜੀ ਸੋਹਲ ਜਿਹੀ ਮੁਟਿਆਰ ਸੀ, ਕਦ ਤੱਕ ਮੱਛੀ ਦੇ ਢਿੱਡ 'ਚ ਰਹਿੰਦੀ, ਉਹ ਵੀ ਸ਼ਾਰਕ ਮੱਛੀ ਦੇ ਢਿੱਡ 'ਚ। ਵਿਚਾਰੀ ਪਚ ਗਈ। ਆਹ! ਚੰਦਰੇ ਨੇ ਰੁਮਾਲ ਨਾਲ ਅੱਖ ਦੇ ਇੱਕ ਕੋਨੇ 'ਚੋਂ ਇੱਕ ਅਥਰੂ ਪੂੰਝਿਆ। ਇਸ ਚਿੱਤਰ ਤੇ ਵੀ ਪੁਰਸਕਾਰ ਦਾ ਕਾਰਡ ਲਟਕ ਰਿਹਾ ਸੀ। ਮੈਂ ਚੰਦਰੇ ਨੂੰ ਦਿਖਾਉਂਦਿਆਂ ਕਿਹਾ, ਪਰ ਮੁਆਫ਼ ਕਰਨਾ, ਇਹਨਾਂ ਮੱਛੀਆਂ ਨਾਲੋਂ ਚੰਗੀਆਂ ਮੱਛੀਆਂ ਤਾਂ ਸਾਡੇ 12 ਬਾਕੀ ਦੇ 4 ਸਾਲ ਦਾ ਬੱਚਾ ਵੀ ਬਣਾ ਲੈਂਦਾ ਹੈ। ਫਿਰ ਇਸ ਨੂੰ ਹੀ ਕਿਉਂ ਪੁਰਸਕਾਰ ਦਿੱਤਾ ਗਿਆ, ਜਦਕਿ ਇਸ 'ਚ ਪ੍ਰੇਮਿਕਾ ਵੀ ਗਾਇਬ ਏ? ਚੰਦਰੇ ਨੇ ਮੱਠੇ ਵੱਟ ਪਾ ਕੇ ਕਿਹਾ, ਪਤਾ ਨਹੀਂ। ਇੱਥੇ ਤਾਂ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ, ਪਰ ਗੱਲ ਅਸਲ 'ਚ ਇਹ ਹੈ ਕਿ ਜਦੋਂ ਪ੍ਰਦਰਸ਼ਨੀ ਦੇ ਜੱਜ ਨਿਰੀਖਣ ਕਰਦੇ ਹੋਏ ਇਸ ਜਗ੍ਹਾ ਪਹੁੰਚੇ ਤਾਂ ਲੰਚ ਦਾ ਵੇਲਾ ਹੋ ਚੁੱਕਿਆ ਸੀ ਤੇ ਉਹਨਾਂ ਨੂੰ ਭੁੱਖ ਲੱਗੀ ਸੀ। ਚਾਣਚੱਕ ਸਾਹਮਣੇ ਇਹ ਚਿੱਤਰ ਆ ਗਿਆ। ਚਿੱਤਰ ਕੀ ਆ ਗਿਆ, ਜਿਵੇਂ ਮੱਛੀਆਂ ਦੀ ਪਲੇਟ ਆ ਗਈ। ਮੈਂ ਹੱਲਾਸ਼ੇਰੀ ਦਿੰਦੇ ਹੋਏ ਕਿਹਾ, ਆਹੋ ਜੀ। ਤੇ ਉਹਨਾਂ ਨੇ ਸ਼ਾਇਦ ਆਪਣੀ ਭੁੱਖੋਂ ਹੱਥੋਂ ਮਜਬੂਰ ਹੋ ਕੇ ਇਸ ਚਿੱਤਰ ਦੇ 500 ਦਾ ਪੁਰਸਕਾਰ ਦੇ ਦਿੱਤਾ। ਚੰਦਰੇ ਨੇ ਬੜੀ ਨਮੋਸ਼ੀ ਜਿਹੀ ਨਾਲ ਕਿਹਾ, ਚਲੋ ਅੱਗੇ ਚੱਲੀਏ, ਵੱਡੇ ਲੋਕਾਂ ਤੋਂ ਵੀ ਭੁੱਲ ਹੋ ਜਾਂਦੀ ਏ। ਮੈਂ ਅੱਗੇ ਤੁਰਨ ਲੱਗਾ ਸੀ ਕਿ ਅਚਾਨਕ ਮੇਰੇ ਕੰਨ ਵਿੱਚ ਆਵਾਜ਼ ਆਈ, ਤੁਸੀਂ ਕਿੱਥੇ ਜਾ ਰਹੇ ਹੋ? ਮੈਂ ਫਿਰ ਉਸੇ ਛਿਣ ਇੱਕ ਮਜ਼ਬੂਤ ਰੱਸੀ ਮੇਰੀ ਗਰਦਨ ਵਿੱਚ ਪਾ ਦਿੱਤੀ ਗਈ। ਮੈਂ ਮੁੜ ਕੇ ਰੋਸ ਪ੍ਰਗਟ ਕਰਨ ਲੱਗਿਆ ਸੀ ਕਿ ਦੇਖਿਆ ਮਿਸ ਰੂਪਵਤੀ ਹੈ। ਰੱਸੀ ਮੇਰੀ ਗਰਦਨ 'ਚ ਪਾ ਕੇ ਆਪਣੇ ਵੱਲ ਖਿੱਚਦਿਆਂ ਹੋਇਆਂ ਬੋਲੀ, ਬੜੀ ਮੁਸ਼ਕਲ ਨਾਲ ਕਾਬੂ ਆਇਓ, ਹੁਣ ਸਿੱਧੇ ਸਿੱਧੇ ਘਰ ਚੱਲੋ। ਮੈਂ ਕੁਝ ਕਹਿਣ ਹੀ ਲੱਗਾ ਸੀ ਕਿ ਉਧਰ ਕਿਸੇ ਦੂਜੇ ਆਦਮੀ ਨੇ ਮੇਰੇ ਗਲ ਵਿੱਚ ਪਾ ਦਿੱਤੀ ਤੇ ਮੈਨੂੰ ਆਪਣੀ ਵੱਲ ਖਿੱਚਦਾ ਹੋਇਆ ਬੋਲਿਆ, ਇਸ ਨਾਲ ਕਿੱਥੇ ਜਾ ਰਿਹਾ ਹੈ? ਤੂੰ ਤਾਂ ਮੇਰਾ ਗਧਾ ਹੈ। ਮੈਂ ਮੁੜ ਕੇ ਵੇਖਿਆ, ਦੂਜੀ ਰੱਸੀ ਕਮਲਾ ਦੀ ਸੀ। ਉਹ ਮੈਨੂੰ ਆਪਣੇ ਵੱਲ ਖਿੱਚ ਰਹੀ ਸੀ, ਰੂਪਵਤੀ ਆਪਣੇ ਵੱਲ, ਕਮਲਾ ਆਪਣੇ ਵੱਲ। ਰੂਪਵਤੀ ਬੋਲੀ, ਖੱਚੇ ਛੱਡ ਦੇ ਇਹਨੂੰ, ਇਹ ਮੇਰਾ ਗਧਾ ਏ। ਕਮਲਾ ਬੋਲੀ, ਪਰੇ ਅਟਕ ਕੰਬਖਤੇ, ਦਿਖਾਈ ਨਹੀਂ ਦਿੰਦਾ, ਇਹ ਤਾਂ ਮੇਰਾ ਗਧਾ ਏ। ਦੋਵੇਂ ਕੁੜੀਆਂ ਜ਼ੋਰ ਲਾ ਕੇ ਮੈਨੂੰ ਆਪਣੇ ਵੱਲ ਘਸੀਟਣ ਲੱਗੀਆਂ। ਮੈਂ ਦੁਲੱਤੀਆਂ ਮਾਰਨ ਲੱਗਾ, ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਕੋਸ਼ਿਸ਼ ਵਿੱਚ ਬਹੁਤ ਸਾਰੇ ਚਿੱਤਰ, ਮਾਡਰਨ ਆਰਟ ਦੀਆਂ ਕਲਾਕ੍ਰਿਤਾਂ ਕੰਧਾਂ ਤੋਂ ਟੁੱਟ ਕੇ ਜ਼ਮੀਨ 'ਤੇ ਡਿੱਗਣ ਲੱਗੀਆਂ। ਕੈਨਵਸ ਮੇਰੀਆਂ ਦੁਲੱਤੀਆਂ ਨਾਲ ਪਾਟ ਗਏ। ਇੱਕ ਕੈਨਵਸ ਦੂਜੇ 'ਤੇ ਜਾ ਡਿੱਗਿਆ। ਯਕਦਮ ਮੈਨੂੰ ਮੱਛੀਆਂ ਦੇ ਢਿੱਡ ਵਿੱਚ ਰੋਸ਼ਨ ਆਰਾ ਬੇਗਮ ਨਜ਼ਰ ਆਈ ਤੇ ਉਸ ਦੀ ਘੰਡੀ ਦਾ ਹਥੌੜਾ ਵਾਰੀ-ਵਾਰੀ ਗਰਦਨ 'ਤੇ ਵੱਜਣ ਲੱਗਾ। ਮੈਂ ਚੀਕ ਕੇ ਸਾਰੀ ਪ੍ਰਦਰਸ਼ਨੀ ਸਿਰ 'ਤੇ ਚੁੱਕ ਲਈ। ਇੰਨੀ ਦੇਰ ਵਿੱਚ ਪੁਲਿਸ ਦੇ ਬਹੁਤ ਸਾਰੇ ਸਿਪਾਹੀ ਅੰਦਰ ਆ ਗਏ। ਸੇਠ ਮਨਸੁਖ ਲਾਲ ਵੀ ਕਿਤਿਓਂ ਹਫਿਆ ਹੋਇਆ ਆ ਗਿਆ। ਸੰਜੋਗ ਨਾਲ ਇਸ ਵੇਲੇ ਰੂਪਮਤੀ ਅਤੇ ਕਮਲਾ ਦੋਵਾਂ ਨੇ ਮੈਨੂੰ ਛੱਡ ਦਿੱਤਾ ਸੀ ਤੇ ਆਪਸ ਵਿੱਚ ਗੁੱਥਮ-ਗੁੱਥਾ ਹੋ ਗਈਆਂ ਸਨ ਤੇ ਇੱਕ ਦੂਜੀ ਦੇ ਵਾਲ ਪੁੱਟ ਰਹੀਆਂ ਸਨ, ਇੱਕ ਦੂਜੇ ਦੇ ਆਸ਼ਕਾਂ ਨੂੰ ਗਾਲਾਂ ਕੱਢ ਰਹੀਆਂ ਸਨ। ਇਸ ਲਈ ਵਿੱਚ ਘੱਟੋ ਘੱਟ ਮੈਨੂੰ ਉਹਨਾਂ 2 ਦਰਜਨ ਆਸ਼ਕਾਂ ਦਾ ਪਤਾ ਲੱਗ ਗਿਆ। ਸੇਠ ਮਨਸੁਖ ਲਾਲ ਨੇ ਅੰਦਰ ਆਉਂਦਿਆਂ ਹੀ ਪਹਿਲਾਂ ਤਾਂ ਮੇਰੀ ਰੱਸੀ ਆਪਣੇ ਕਾਬੂ 'ਚ ਕੀਤੀ ਤੇ 2 ਪੁਲਿਸ ਵਾਲਿਆਂ ਨੂੰ ਸੱਜੇ ਖੱਬੇ ਲਾ ਦਿੱਤਾ। ਫਿਰ ਦੂਜੇ ਪੁਲਿਸ ਵਾਲਿਆਂ ਦੀ ਮਦਦ ਨਾਲ ਉਸਨੇ ਰੂਪਵਤੀ ਨੂੰ ਕਮਲਾ ਦੀ ਪਕੜ ਵਿੱਚੋਂ ਛੁਡਾਇਆ, ਜਿਹੜੀ ਇਸ ਵੇਲੇ ਉਸਦੇ ਵਾਲ ਪੁੱਟ ਰਹੀ ਸੀ। ਉਸਨੂੰ ਹੇਠਾਂ ਸੁੱਟੀ ਉਸਦੀ ਛਾਤੀ 'ਤੇ ਚੜ੍ਹੀ ਬੈਠੀ ਸੀ। ਬੜੀ ਮੁਸ਼ਕਲ ਨਾਲ ਉਸਨੇ ਦੋਵਾਂ ਨੂੰ ਵੱਖ ਕੀਤਾ ਤੇ ਮਿਸ ਕਮਲਾ ਨੂੰ, ਜਿਹੜੀ ਹੁਣ ਬੁਰੀ ਤਰ੍ਹਾਂ ਰੋ ਰਹੀ ਸੀ, ਇੱਕ ਵਿਊਂਗ ਵਿੱਚ ਬਿਠਾ ਕੇ ਉਸਦੇ ਘਰ ਪਹੁੰਚਾਇਆ ਗਿਆ। ਇਸ ਪਿੱਛੋਂ ਮਿਸ ਰੂਪਵਤੀ ਨੇ ਸੇਠ ਮਨਸੁਖ ਲਾਲ ਮੈਨੂੰ ਰੱਸੀ ਤੋਂ ਫੜ ਕੇ ਪੁਲਿਸ ਵਾਲਿਆਂ ਦੀ ਸੁਰੱਖਿਆ ਵਿੱਚ ਆਪਣੇ ਘਰ ਵੱਲ ਲੈ ਤੁਰੇ। ਅਗਲਾ ਅੰਕ।
घर जाके सेठ मनसुख लाल ते उसकी सपुत्री रूपवती ने मैनू एक कमरे विच बंद कर दिता। उस वेले रात हो चुकी सी। सड़क ते किते किते घोड़े तांगे विच जुड़े जा रहे सन। एक बल्द कागजां दा भरिया रेड़ा खिच्ची लई जा रहा सी। दो कुत्ते जंजीरां 'च बद्धे एक कुड़ी दे नाल जा रहे सन। मैं सोचण लगा, साडी पशुआं दी भी की जिंदगी है। रूपवती दे हत्थ विच पतली जही बैंत दी एक सोटी सी। ਉਹ ਉਸਨੂੰ ਹੱਥ ਵਿੱਚ ਫੜੀ ਟਹਿਲ ਰਹੀ ਸੀ ਤੇ ਹਿਰਖ ਵੱਸ ਥਰ-ਥਰ ਕੰਬ ਰਹੀ ਸੀ। ਆਖਰ ਸੇਠ ਮਨਸੁਖ ਲਾਲ ਨੇ ਉਸਨੂੰ ਬਹੁਤ ਸਮਝਾਇਆ। ਉਸਨੇ ਕਿਹਾ, ਤੂੰ ਆਪਣੇ ਹੋਣ ਵਾਲੇ ਪਤੀ ਨਾਲ ਇਸ ਤਰ੍ਹਾਂ ਵਿਹਾਰ ਨਹੀਂ ਕਰ ਸਕਦੀ। ਘੱਟੋ ਘੱਟ ਵਿਆਹ ਤੋਂ ਪਹਿਲਾਂ ਹੀ ਬਿਲਕੁਲ ਨਹੀਂ ਕਰ ਸਕਦੀ। ਮੈਂ ਸੇਠ ਦਾ ਪੱਖ ਲੈਂਦਿਆਂ ਹੋਇਆਂ ਕਿਹਾ, ਤੁਸੀਂ ਠੀਕ ਕਹਿ ਰਹੇ ਹੋ। ਆਮ ਤੌਰ 'ਤੇ ਕੁੱਟ ਕਟਈਆ ਵਿਆਹ ਤੋਂ ਬਾਅਦ ਸ਼ੁਰੂ ਹੁੰਦਾ ਹੈ। ਤੁਸੀਂ ਇਹ ਵਿਆਹ ਤੋਂ ਪਹਿਲਾਂ ਸ਼ੁਰੂ ਕਰ ਦਿਓਗੇ ਤਾਂ ਜ਼ਿੰਦਗੀ ਮੁਹਾਲ ਹੋ ਜਾਏਗੀ। ਤੁਸੀਂ ਚੁੱਪ ਰਹੋ ਜੀ। रूपवती ने हिरक के बैंत घुमाउंदिਆਂ किहा। सेठ मनसुख लाल ने बैंत उसके हत्थों खोह लई। रूपवती बैंत की जगह हत्थ घुमाउंदी हुई बोली, अच्छा यह दसो कि तुसी सचमुच उस बख्त कुत्ती दे आशिक हो? किहड़ी? मैं उसका इशारा नहीं समझिया। उही कमला? कमला? हाँ, उही चगल। रूपवती बड़ी नफरत नाल बोली, कमबख्त औरत जां मुरब्बे का डब्बा। जदों देखो दो चार आदमी कीड़ियां वांग उसनूं चंबड़े हुंदे ने। कमला तां है सोहणी। मैं उसकी हां विच हां मिलाई। ਉੱਥੇ ਸੁੰਦਰੀ ਪ੍ਰਤੀਯੋਗਿਤਾ ਵਿੱਚ ਇੱਕ ਵਾਰੀ ਮੇਰੇ ਮਨ 'ਚ ਇਹ ਗੱਲ ਆਈ ਸੀ ਕਿ ਮੈਂ ਉਸੇ ਨੂੰ ਸੁੰਦਰਤਾ ਦਾ ਰਾਣੀ ਦੀ ਪਦਵੀ ਦੇ ਦਿਆਂ ਤਾਂ ਦੇ ਦਿੱਤੀ ਹੁੰਦੀ। ਰੂਪਵਤੀ ਡਾੜੇ ਗੁੱਸੇ ਵਸ ਕੂਕ ਕੇ ਬੋਲੀ, ਪਿਤਾ ਜੀ, ਦੇਣਾ ਮੇਰਾ ਬੈਂਤ ਕਿੱਧਰ ਰੱਖ ਦਿੱਤੀ ਤੁਸੀਂ? ਮੈਂ ਕਾਹਲ ਨਾਲ ਕਿਹਾ, ਪਰ ਮੈਨੂੰ ਉਸ ਨਾਲ ਪ੍ਰੇਮ ਨਹੀਂ। ਮੈਂ ਤਾਂ ਅਸਲ 'ਚ ਇੱਕ ਗਧਾ ਹਾਂ। ਮੈਂ ਇੱਕ ਔਰਤ ਨਾਲ ਕਿਵੇਂ ਪ੍ਰੇਮ ਕਰ ਸਕਦਾ ਹਾਂ? ਸੇਠ ਮਨਸੁਖ ਲਾਲ ਬੋਲੇ, ਭਰਾ, ਅੱਜ ਕੱਲ੍ਹ ਇੱਕ ਗਧਾ ਹੀ ਪ੍ਰੇਮ ਕਰ ਸਕਦਾ ਹੈ। ਵਰਨਾ ਅੱਜ ਕੱਲ੍ਹ ਕਿਸੇ ਸਮਝਦਾਰ ਆਦਮੀ ਨੂੰ ਪ੍ਰੇਮ ਕਰਨ ਦਾ ਖਿਆਲ ਹੀ ਨਹੀਂ ਆ ਸਕਦਾ। ਦੇਖੋ ਨਾ, ਚੀਜ਼ਾਂ ਕਿੰਨੀਆਂ ਸਸਤੀਆਂ ਹੋ ਗਈਆਂ ਨੇ। ਕਣਕ ਦਾ ਭਾਅ ਘਟ ਗਿਆ ਏ, ਕਾਲੀ ਮਿਰਚ ਦਾ ਭਾਅ ਘਟ ਗਿਆ ਏ। ਹੁਣੇ ਸਟਾਕ ਐਕਸਚੇਂਜ 'ਚ ਇੱਕ ਮੰਦੀ ਕਰਕੇ 10 ਲੱਖ ਰੁਪਈਆ ਗਵਾ ਬੈਠਾ। ਇਸ ਭਿਆਨਕ ਮੰਦੀ 'ਚ ਦੇ ਦਿਨਾਂ 'ਚ ਕਿਹੜਾ ਭਲਾ ਮਾਨਸ ਪ੍ਰੇਮ ਕਰੇਗਾ ਸਵਾਏ ਗਧੇ ਦੇ? ਮੈਂ ਕਿਹਾ, ਹੋ ਸਕਦਾ ਹੈ ਸਟਾਕ ਐਕਸਚੇਂਜ 'ਚ ਕੁਝ ਚੀਜ਼ਾਂ ਸਸਤੀਆਂ ਹੋ ਗਈਆਂ ਹਨ, ਪਰ ਘਾਹ ਤਾਂ ਬੜਾ ਮਹਿੰਗਾ ਏ। ਮੇਰੇ ਵਾਂਗ ਲੱਖਾਂ ਕਰੋੜਾਂ ਗਧੇ ਆਏ ਦਿਨ ਇਸੇ ਤਰ੍ਹਾਂ ਘਾਹ ਦੀ ਮਹਿੰਗਾਈ ਦਾ ਰੌਣਾ ਰੋਂਦੇ ਨੇ। ਮੈਂ ਕੁਝ ਹੋਰ ਵੀ ਕਹਿਣ ਲੱਗਾ ਸੀ ਕਿ ਇਹਨੇ ਵਿੱਚ ਕਿਸੇ ਨੇ ਦਰਵਾਜ਼ਾ ਖੜਕਾਇਆ ਤੇ ਇੱਕ ਨੌਕਰ ਨੇ ਅੰਦਰ ਆ ਕੇ ਕਿਹਾ, ਸੇਠ ਜੀ, ਤੁਹਾਡਾ ਟੈਲੀਫੋਨ। ਸੇਠ ਜੀ ਨੇ ਔਲ ਕੇ ਟੈਲੀਫੋਨ ਤੇ ਸ਼ਾਇਦ ਸਟਾਕ ਐਕਸਚੇਂਜ ਤੋਂ ਆਪਣੀ ਕਿਸਮਾਂ ਦਾ ਨਵਾਂ ਭਾਅ ਪਤਾ ਕਰਨ ਗਏ। ਕਮਰੇ ਵਿੱਚ ਮੈਂ ਤੇ ਰੂਪਵਤੀ ਇਕੱਲੇ ਰਹਿ ਗਏ। ਰੂਪਵਤੀ ਨੇ ਪੁੱਛਿਆ, ਦੱਸੋ, ਸੱਚਮੁੱਚ ਤੁਹਾਨੂੰ ਕਮਲਾ ਬਹੁਤ ਚੰਗੀ ਲੱਗਦੀ ਏ? ਹਾਂ। ਉਸ 'ਚ ਕੀ ਏ ਜੋ ਮੇਰੇ 'ਚ ਨਹੀਂ? ਉਸਦੀ ਆਵਾਜ਼ ਵਿੱਚ ਦੁੱਖ ਸੀ। ਮੈਂ ਕਿਹਾ, ਜੇ ਸੱਚ ਪੁੱਛੇ ਤਾਂ ਤੁਹਾਡੇ ਦੋਵਾਂ 'ਚ ਕੀ ਹੈ? ਰੂਪਵਤੀ ਮਟਕਦੀ ਹੋਈ ਮੇਰੇ ਕੋਲ ਆਈ। ਡਾਰਲਿੰਗ, ਉਸ ਦਿਨ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਤੁਸੀਂ ਕਦੀ ਮੇਰੇ ਨਾਲ ਸੈਲ ਕਰਨ ਜਾ ਸਕਦੇ ਹੋ, ਪਰ ਮੇਰੀ ਪਿੱਠ 'ਤੇ ਜੀਨ ਕੱਸੀ ਹੋਏਗੀ। ਮੈਨੂੰ ਯਾਦ ਹੈ ਮੈਂ ਉਸਨੂੰ ਕਿਹਾ। ਉਹ ਮੇਰੇ ਹੋਰ ਨੇੜੇ ਆ ਗਈ। ਬੋਲੀ, ਤੁਸੀਂ ਹਰ ਰੋਜ਼ ਮੇਰੇ ਨਾਲ ਸੈਰ ਕਰਨ ਨੂੰ ਜਾ ਸਕਦੇ ਹੋ ਤੇ ਮੈਂ ਤੁਹਾਡੀ ਪਿੱਠ 'ਤੇ ਜੀਨ ਵੀ ਨਹੀਂ ਕੱਸਾਂਗੀ। ਤੇ ਦੇਖੋ, ਤੁਹਾਡੀ ਰੱਸੀ ਮੈਂ ਖੁਦ ਆਪਣੇ ਹੱਥ 'ਚ ਰੱਖਾਂਗੀ, ਸਾਈਸ ਨੂੰ ਨਹੀਂ ਫੜਾਵਾਂਗੀ। ਉਹ ਤਾਂ ਹਰ ਪਤਨੀ ਆਪਣੇ ਹੱਥ 'ਚ ਰੱਖਦੀ ਏ, ਆਪਣੇ ਪਤੀ ਦੀ ਰੱਸੀ। ਰੂਪਵਤੀ ਨੇ ਆਪਣੀਆਂ ਬਾਹਾਂ ਮੇਰੇ ਗਲ ਵਿੱਚ ਪਾ ਦਿੱਤੀਆਂ। ਬੋਲੀ, ਮੈਂ ਤਾਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਸਾਲ 'ਚ 2 ਵਾਰੀ ਤੁਸੀਂ ਮੇਰੇ ਡਰਾਇੰਗ ਰੂਮ 'ਚ ਆ ਕੇ ਮੇਰੇ ਨਾਲ ਇੱਕ ਟੇਬਲ 'ਤੇ ਖਾਣਾ ਵੀ ਖਾ ਸਕੋਗੇ। ਉਹ ਕਿਹੜੇ ਦਿਨ ਹੋਣਗੇ? ਇੱਕ ਤਾਂ ਤੁਹਾਡਾ ਜਨਮ ਦਿਨ। ਰੂਪਵਤੀ ਬੋਲੀ, ਤੁਹਾਡਾ ਜਨਮ ਦਿਨ ਕਦੋਂ ਹੁੰਦਾ ਹੈ? ਹੁੰਦਾ ਹੀ ਨਹੀਂ ਮਿਸ ਰੂਪਵਤੀ, ਮੈਂ ਚਿੜ ਕੇ ਕਿਹਾ। ਕਿਤੇ ਗਧਿਆਂ ਦੇ ਸਧਾਰਨ ਆਦਮੀਆਂ ਦਾ ਜਨਮ ਦਿਨ ਵੀ ਮਨਾਇਆ ਜਾਂਦਾ ਹੈ? ਕਿਤੇ ਗਧਿਆਂ ਤੇ ਸਧਾਰਨ ਆਦਮੀਆਂ ਦਾ ਵੀ ਜਨਮ ਦਿਨ ਮਨਾਇਆ ਜਾਂਦਾ ਹੈ। ਜਨਮ ਦਿਨ ਤੇ ਇਸੇ ਤਰ੍ਹਾਂ ਦੀਆਂ ਕੁਝ ਹੋਰ ਗੱਲਾਂ ਵੱਡੇ ਲੋਕਾਂ ਤੱਕ ਸੀਮਤ ਨੇ। ਅੱਛਾ, ਖੈਰ ਚਲੋ, ਮੈਂ ਤਾਂ ਮੇਰੇ ਜਨਮ ਦਿਨ ਤੋਂ ਤੁਸੀਂ ਮੇਰੇ ਨਾਲ ਡਰਾਇੰਗ ਰੂਮ 'ਚ ਖਾਣਾ ਖਾਓਗੇ। ਸਭ ਸ਼ੁਭ ਦਿਨ। ਉਹ ਸ਼ੁਭ ਦਿਨ ਦੂਜਾ ਕਿਹੜਾ ਹੋਏਗਾ, ਜਿਸ ਦਿਨ ਅਸੀਂ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਵਾਂਗੇ? ਰੂਪਵਤੀ ਫਿਲਮੀ ਐਕਟਰੈਸਾਂ ਵਾਂਗ ਸ਼ਰਮਾ ਕੇ ਬੋਲੀ। ਉਸਨੇ ਮੇਰੇ ਕੰਨ 'ਤੇ ਚੁੰਮਣ ਦਿੱਤਾ। ਫਿਰ ਹੌਲੀ ਉਸਨੇ ਇੱਕ ਕਾਗਜ਼ ਮੇਰੇ ਵੱਲ ਵਧਾ ਦਿੱਤਾ। ਇਹ ਕੀ ਹੈ? ਮੈਂ ਪੁੱਛਿਆ। ਕੰਟਰੈਕਟ। ਵਿਆਹ ਦਾ ਕੰਟਰੈਕਟ? ਨਹੀਂ ਪਿਆਰੇ, ਇਹ ਮੇਰੀ ਤੇ ਪਿਤਾ ਜੀ ਦੀ ਬਿਜ਼ਨਸ ਪਾਰਟਨਰਸ਼ਿਪ ਦਾ ਕੰਟਰੈਕਟ ਹੈ। ਕਿਹੜੇ ਬਿਜ਼ਨਸ ਦਾ? ਉਹੀ ਡਾਰਲਿੰਗ। ਰੂਪਵਤੀ ਮੇਰੇ ਗਲੇ ਵਿੱਚ ਆਪਣਾ ਗਲਾ ਲਾਉਂਦੀ ਹੋਈ ਬੋਲੀ, ਉਹੀ ਜਿਸ ਲਈ ਕਮਲਾ ਤੁਹਾਨੂੰ ਰੱਸੀ ਨਾਲ ਬੰਨ੍ਹ ਕੇ ਆਪਣੇ ਘਰ ਲੈ ਜਾ ਰਹੀ ਸੀ। ਲਓ ਹੁਣ ਛੇਤੀ ਦੇਣੇ ਦਸਤਖਤ ਕਰ ਦਿਓ ਨਾ ਮੇਰੇ ਪਿਆਰੇ ਡੰਕੀ ਮੰਕੀ ਜੀ। ਮੈਂ ਕਿਹਾ, ਜਰਾ ਆਪਣਾ ਗਲਾ ਪਰੇ ਹਟਾ ਲਓ, ਮੇਰੇ ਕੁਤਕੁਤਾੜੀਆਂ ਹੁੰਦੀਆਂ। ਛਿਣਕੂ ਲਈ ਰੂਪਵਤੀ ਦੀਆਂ ਅੱਖਾਂ ਵਿੱਚ ਮੈਂ ਗੁੱਸੇ ਦੀ ਝਲਕ ਦੇਖੀ, ਜਿਹੜੀ ਦੂਜੇ ਛਿਣ ਗਾਇਬ ਸੀ। ਬੜੀ ਮੁਸ਼ਕਲ ਨਾਲ, ਜਾ ਪਤਾ ਨਹੀਂ ਕਿਸ ਤਰ੍ਹਾਂ, ਉਸਨੇ ਆਪਣੇ ਗੁੱਸੇ ਤੇ ਨਫ਼ਰਤ ਨੂੰ ਮੈਥੋਂ ਲੁਕੋ ਲਿਆ ਸੀ ਤੇ ਹੁਣ ਉਸੇ ਤਰ੍ਹਾਂ ਮੇਰੇ ਗਲ ਲੱਗ ਰਹੀ ਸੀ। ਛੇਤੀ ਦਿਨੇ ਇਸ ਕਾਗਜ਼ 'ਤੇ ਦਸਤਖਤ ਕਰ ਦਿਓ ਨਾ। ਕੀ ਤੁਸੀਂ ਮੇਰੇ ਲਈ ਇੰਨਾ ਵੀ ਨਹੀਂ ਕਰ ਸਕਦੇ ਤਬੜੂ ਜੀ? ਮੈਂ ਕਿਹਾ,
ਤੁਹਾਡੇ ਲਈ ਸਭ ਕੁਝ ਕਰ ਸਕਦਾ ਹਾਂ। ਤੁਹਾਨੂੰ ਆਪਣੀ ਪਿੱਠ ਤੇ ਬਿਠਾ ਕੇ ਬਾਰਾਬੰਕੀ ਤੱਕ ਲਿਜਾ ਸਕਦਾ ਹਾਂ। ਤੁਹਾਡੀ ਨਵੀਂ ਕੋਠੀ ਲਈ ਇੱਟਾਂ ਢੋ ਸਕਦਾ ਹਾਂ। ਤੁਹਾਡੀ ਖਿੜਕੀ ਹੇਠ ਖਲੋ ਕੇ ਸਾਰੀ ਰਾਤ ਗਾਣਾ ਸੁਣਾ ਸਕਦਾ, ਪਰ ਇਸ ਕਾਗਜ਼ 'ਤੇ ਦਸਤਖਤ ਨਹੀਂ ਕਰ ਸਕਦਾ। ਕਿਉਂ? ਮੈਂ ਕੁਝ ਕਹਿਣ ਹੀ ਵਾਲਾ ਸੀ ਕਿ ਇੰਨੇ ਵਿੱਚ ਦਰਵਾਜ਼ਾ ਖੁੱਲ੍ਹਿਆ ਤੇ ਸੇਠ ਮਨਸੁਖ ਲਾਲ ਪਸੀਨੇ ਨਾਲ ਤਰਬਤਰ ਹੌਂਕਦੇ ਹੋਏ ਅੰਦਰ ਆਏ। ਆਉਂਦੇ ਹੀ ਰੂਪਵਤੀ ਨੂੰ ਕਹਿਣ ਲੱਗੇ, ਗਜਬ ਹੋ ਗਿਆ, ਗਜਬ ਹੋ ਗਿਆ। ਚੀਜ਼ਾਂ ਹੋਰ ਸਸਤੀਆਂ ਹੋ ਗਈਆਂ। ਚੌਲਾਂ ਦਾ ਭਾਅ 2 ਮਣ ਆਏ ਡਿੱਗ ਪਿਆ। ਕੱਪੜਾ 1 ਆਨਾ ਗਜ ਸਸਤਾ ਹੋ ਗਿਆ। ਸੀਮੈਂਟ ਤੋਂ ਸਰਕਾਰੀ ਕੰਟਰੋਲ ਹਟ ਗਿਆ। ਸੀਮੈਂਟ 4 ਆਨੇ ਪਾਉਂਡ ਹੇਠਾਂ ਆ ਗਿਆ। ਸਭ ਕੁਝ ਸਸਤਾ ਹੋ ਗਿਆ। ਫਿਰ ਯਕਦਮ ਉਹ ਰੋ ਕੇ ਬੋਲੇ, ਹੇ ਭਗਵਾਨ, ਹੁਣ ਕੀ ਹੋਏਗਾ ਮੇਰਾ ਤਾਂ। ਮੈਂ ਹੈਰਾਨੀ ਨਾਲ ਕਿਹਾ, ਚਲੋ ਚੌਲ, ਸੀਮੈਂਟ ਤੇ ਕੱਪੜੇ ਦੇ ਭਾਅ ਜੇ ਜਰਾ ਘੱਟ ਹੋ ਗਏ ਤਾਂ ਇਸ 'ਚ ਬੁਰਾਈ ਕੀ ਹੈ? ਆਮ ਲੋਕਾਂ ਨੂੰ ਇਹ ਚੀਜ਼ਾਂ ਖਰੀਦਣ 'ਚ ਜਰਾ ਸੌਖ ਹੋਏਗੀ। ਇਸ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ? ਰੋਣ ਵਾਲੀ ਕਿਹੜੀ ਗੱਲ ਹੈ? ਓਏ ਮੈਂ ਤਾਂ ਲੁੱਟਿਆ ਗਿਆ। ਮੇਰਾ ਤਾਂ ਇਸ ਧੰਦੇ 'ਚ 2 ਕਰੋੜ ਦਾ ਨੁਕਸਾਨ ਹੋ ਗਿਆ। ਸੇਠ ਚੀਕ ਆਪਣੀ ਛਾਤੀ ਪਿੱਟਦਾ ਹੋਇਆ ਬੋਲਿਆ, ਚੀਜ਼ਾਂ ਦੇ ਭਾਅ ਦੇ ਜੇ 2 ਪੈਸੇ ਵੀ ਹੇਠਾਂ ਆ ਜਾਣ ਤਾਂ ਮੇਰਾ ਦਿਵਾਲਾ ਨਿਕਲ ਜਾਏਗਾ। ਦਿਵਾਲਾ? ਤੁਸੀਂ ਘਬਰਾਓ ਨਾ ਪਿਤਾ ਜੀ। ਰੂਪਵਤੀ ਸੇਠ ਨੂੰ ਤਸੱਲੀ ਦਿੰਦੀ ਹੋਈ ਬੋਲੀ, ਆਪ ਹੁਣੇ ਇਸ ਕਾਗਜ਼ 'ਤੇ ਦਸਤਖਤ ਕਰ ਦਿੰਦੇ ਨੇ, ਫਿਰ ਉਸ 25 ਕਰੋੜ ਦੇ ਠੇਕੇ ਨਾਲ ਤੁਹਾਡਾ ਸਾਰਾ ਨੁਕਸਾਨ ਪੂਰਾ ਜਾਏਗਾ। ਫਿਰ ਉਹ ਮੇਰੇ ਵੱਲ ਭੌਂ ਕੇ ਬੋਲੀ, ਛੇਤੀ ਦੇਣੇ ਦਸਤਖਤ ਕਰੋ ਜੀ, ਦੇਖਦੇ ਨਹੀਂ ਤੁਹਾਡਾ ਸਹੁਰਾ ਸਾਹਿਬ ਰੋ ਰਹੇ ਨੇ। ਦਸਤਖਤ ਮੈਂ ਹੁਣੇ ਕਰ ਦੇਣਾ ਹੈ। ਮੈਂ ਮਜਬੂਰ ਹੋ ਕੇ ਕਿਹਾ, ਪਰ ਉਹ 25 ਕਰੋੜ ਦਾ ਠੇਕਾ ਕਿਹੜਾ ਹੈ? ਕੀ ਮਤਲਬ? ਸੇਠ ਮਨਸੁਖ ਲਾਲ ਤਰਪ ਕੇ ਬੋਲੇ, ਤੁਸੀਂ ਉਸ ਦਿਨ ਖੁਦ ਹੀ ਨਹੀਂ ਸੀ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਨਾਲ ਗੱਲ ਕਰਦੇ ਹੋਏ 25 ਕਰੋੜ ਦੇ ਠੇਕੇ? ਪਰ ਮੈਂ ਕਾਹਲੀ ਨਾਲ ਗੱਲ ਟੋਕ ਕੇ ਕਿਹਾ, ਪਰ ਤੁਸੀਂ ਮੇਰੀ ਗੱਲ ਪੂਰੀ ਕਿੱਥੇ ਸੁਣੀ ਸੀ? ਗੱਲ ਮੇਰੇ ਠੇਕੇ ਦੀ ਨਹੀਂ ਹੋ ਰਹੀ ਸੀ, ਬਰਮਾ ਸ਼ੈਲ ਆਇਲ ਰਿਫਾਈਨਰੀ ਦੇ 25 ਕਰੋੜ ਦੇ ਪ੍ਰੋਜੈਕਟ ਦੀ। ਹਾਏ ਰੱਬਾ, ਮੈਂ ਤਾਂ ਬਿਲਕੁਲ ਲੁੱਟਿਆ ਗਿਆ। ਸੇਠ ਜ਼ੋਰ ਨਾਲ ਆਪਣੀ ਛਾਤੀ ਪਿੱਟਣ ਲੱਗ ਪਿਆ। 25 ਕਰੋੜ ਦਾ ਠੇਕਾ ਵੀ ਇੱਥੋਂ ਗਿਆ। ਓਏ ਲੋਕੋ, ਇਸੇ ਲਈ ਮੈਂ ਕੀ ਨਹੀਂ ਕੀਤਾ। ਇਸ ਕਮਬਖਤ ਗਧੇ ਨੂੰ ਆਪਣੇ ਘਰ ਰੱਖਿਆ, ਇਸ ਤਰ੍ਹਾਂ ਨਾਲ ਇਸ ਨੂੰ ਆਪਣਾ ਜਵਾਈ ਬਣਾਇਆ, ਇਸ ਨੂੰ ਮਿਊਨਿਸਪਲ ਕਮੇਟੀ ਤੋਂ ਮਾਣ ਪੱਤਰ ਦਵਾਇਆ, ਅਖਬਾਰਾਂ ਇਸ ਦੇ ਫੋਟੋ ਛਪਵਾਏ, ਜਲੂਸ, ਹਾਰ, ਖੁਸ਼ਬੂਦਾਰ ਘਾਹ। ਹਾਏ ਰਾਮ, ਮੈਂ ਤਾਂ ਬਿਲਕੁਲ ਮਾਰਿਆ ਗਿਆ, ਲੁੱਟਿਆ ਗਿਆ। ਠੇਕਾ ਨਹੀਂ ਸੀ। ਰੂਪਵਤੀ ਦੀਆਂ ਅੱਖਾਂ 'ਚੋਂ ਠੇਕਾ ਨਹੀਂ ਸੀ। ਰੂਪਵਤੀ ਦੀ ਅੱਖਾਂ 'ਚੋਂ ਅੰਗਿਆਰ ਨਿਕਲਣ ਲੱਗੇ। ਫਿਰ ਤੂੰ ਸਾਡੇ ਘਰ ਕੀ ਕਰ ਰਹੇ? ਮੈਂ ਕਿਹਾ, ਸੰਭਲ ਕੇ ਗੱਲ ਕਰੋ, ਮੈਂ ਤੁਹਾਡਾ ਹੋਣ ਵਾਲਾ ਪਤੀ ਹਾਂ। ਕਮੀਨਾ ਗਧਾ, ਪਰ ਮੈਂ ਤਾਂ ਤੁਹਾਡਾ ਧਬੜੂ ਹਾਂ, ਤੁਹਾਡਾ ਡਾਰਲਿੰਗ ਹਰਾਮਜ਼ਾਦੇ। ਰੂਪਵਤੀ ਨੇ ਬੈਂਦ ਚੁੱਕ ਲਈ। ਸੇਠ ਨੇ ਡੰਡਾ ਇੱਕ ਨੌਕਰ ਕਿਤਿਓਂ ਇੱਕ ਮੋਟਾ ਸਾਰਾ ਬਾਂਸ ਲਿਆਇਆ। ਮੈਂ ਇੱਧਰ ਉੱਧਰ ਬੜਾ ਦੇਖਿਆ, ਪਰ ਸਾਰੇ ਦਰਵਾਜ਼ੇ ਬੰਦ ਸਨ। ਚਾਰੇ ਪਾਸੇ ਕੰਧਾਂ ਵਿੱਚ ਕੋਈ ਖਿੜਕੀ ਨਹੀਂ ਸੀ। ਇਸ ਲਈ ਸਮਾਪਤ। ਇਹ ਨਾਵਲ ਇੱਥੇ ਹੀ ਸਮਾਪਤ ਹੁੰਦਾ ਹੈ। ਧੰਨਵਾਦ। ਫਿਰ ਮਿਲਾਂਗੇ ਕਿਸੇ ਹੋਰ ਨਵੇਂ ਨਾਵਲ ਦੇ ਨਾਲ।